ਪੰਜਾਬੀ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦਾ ਇਹ ਐਪੀਸੋਡ ਕਿਤਾਬ ਪ੍ਰੇਮੀਆਂ ਦੇ ਲਈ, ਸਾਹਿਤ ਪ੍ਰੇਮੀਆਂ ਦੇ ਲਈ ਖਾਸ ਤੌਰ 'ਤੇ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ਸਾਹਿਤ ਦੇ ਨਾਲ ਪ੍ਰੇਮ ਹੈ ਅਤੇ ਜਿਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ। ਸੋ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਉਸ ਖਾਸ ਇਨਸਾਨ ਦੇ ਨਾਲ ਜਿਨ੍ਹਾਂ ਨੇ ਹਿੰਦੀ ਦੇ ਬਹੁਤ ਸਾਰੇ ਸਾਹਿਤ ਨੂੰ ਅਤੇ ਇੰਗਲਿਸ਼ ਦੇ ਬਹੁਤ ਸਾਰੇ ਸਾਹਿਤ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਲੋਕਾਂ ਦੇ ਰੂਬਰੂ ਕੀਤਾ ਹੈ। ਸੋ ਭਾਵੇਂ ਕਿ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਹਿੰਦੀ ਦੀਆਂ ਪੰਜਾਬੀ ਦੇ ਵਿੱਚ ਅਨੁਵਾਦ ਕੀਤੀਆਂ, ਇੰਗਲਿਸ਼ ਦੇ ਬਹੁਤ ਸਾਰੇ ਨਾਵਲ ਜਿਹੜੇ ਹੈਗੇ ਆ ਉਹ ਪੰਜਾਬੀ ਦੇ ਵਿੱਚ ਅਨੁਵਾਦ ਕੀਤੇ, ਪਰ ਪਿਛਲੇ ਸਾਲਾਂ ਦੇ ਵਿੱਚ ਆਈ ਇੱਕ ਆਪਣੀ ਖਾਸ ਕਿਤਾਬ ਜੀਓ ਪੋਲੀਟਿਕਸ ਦੇ ਕਾਰਨ ਉਹ ਬਹੁਤ ਹੀ ਉਹਨਾਂ ਨੇ ਜਿਹੜੇ ਪ੍ਰਸਿੱਧੀ ਖੱਟੀ ਜਾਂ ਨਿਮਾਣਾ ਖੱਟਿਆ ਅਤੇ ਉਹਨਾਂ ਦਾ ਨਾਮ ਜਿਹੜਾ ਹੈਗਾ ਅਨੁਵਾਦ ਦੇ ਖੇਤਰ ਦੇ ਵਿੱਚ ਚਮਕ ਕੇ ਸਾਹਮਣੇ ਆਇਆ। ਸੋ ਮੇਰੀ ਮੁਰਾਦ ਹੈ ਹਰਜੋਤ ਬੰਟੀ ਤੋਂ। ਸੋ ਆਓ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਕਿ ਕਿਤਾਬਾਂ ਦੀ ਜਿਹੜੀ ਇਹ ਅਨੁਵਾਦ ਦੀ ਪ੍ਰੋਸੈਸ ਹੈ ਕੀ ਹੈ ਅਤੇ ਉਹਨਾਂ ਦਾ ਪਿਛੋਕੜ ਕੀ ਹੈ, ਜਾਂ ਕਿਹੜੀਆਂ ਕਿਹੜੀਆਂ ਜਿਹੜੀਆਂ ਹੈਗੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਇੱਕ ਅਨੁਵਾਦ ਕਰਨ ਵੇਲੇ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਕਰਦਾ ਮੈਂ ਮਨਦੀਪ ਪੂਨੀਆ, ਨਾਰਵੇ ਤੋਂ। ਸਤਿ ਸ਼੍ਰੀ ਅਕਾਲ ਬਾਈ ਜੀ, ਥੈਂਕ ਯੂ ਸੋ ਮਚ, ਤੁਸੀਂ ਮੌਕਾ ਦਿੱਤਾ ਇੱਥੇ ਗੱਲ ਕਰਨ ਦਾ, ਤੇ ਆਈ ਹੋਪ ਕਿ ਤੁਸੀਂ ਪਰਿਵਾਰ ਸਮੇਤ ਠੀਕ ਹੋਵੋਗੇ। ਤੁਹਾਡਾ ਵੀ ਧੰਨਵਾਦ। ਹਾਂਜੀ ਬਿਲਕੁਲ, ਚੜ੍ਹਦੀ ਕਲਾ ਸਾਡੀ ਇੱਥੇ, ਬਿਲਕੁਲ ਮੌਜਾਂ ਕਰ ਰਹੇ ਹਾਂ। ਅਤੇ ਮੌਸਮ ਵੀ ਹੁਣ ਠੰਡ ਸਾਡੇ ਆਉਣ ਵਾਲੀ ਹੋਈ ਹੈਗੀ, ਗਰਮੀ ਦਾ ਮੌਸਮ ਜਾਣ ਲੱਗਿਆ ਹੈ। ਇਸ ਵਾਰ ਸਾਡੇ ਠੰਡ ਵੀ ਜਲਦੀ ਆ ਗਈ ਹੈਗੀ, ਜਾਂ ਤਾਂ ਕਰੋਨਾ ਕਰਕੇ ਕਹਿ ਲਓ ਵੀ ਪਿਛਲੇ 3-4 ਸਾਲ ਤੋਂ ਟ੍ਰੈਫਿਕ ਪੂਰੀ ਦੁਨੀਆ 'ਚ ਘਟੀ ਹੈਗੀ, ਉਹਦਾ ਕਰਕੇ ਵੀ ਹੋ ਸਕਦਾ ਕਿ ਕਲਾਈਮੇਟ ਚੇਂਜ ਹੋ ਗਿਆ, ਠੰਡ ਸਾਡੇ ਇਸ ਵਾਰ ਜਲਦੀ ਆ ਗਈ ਹੈਗੀ। ਮੌਸਮ ਵਧੀਆ, ਹਾਂਜੀ ਫਿਲਹਾਲ ਗਰਮੀ ਵੀ ਪਈ ਆ ਬਹੁਤ, ਅਤੇ ਮੌਸਮ ਹੁਣ ਠੀਕ ਹੋ ਰਿਹਾ ਅਤੇ ਠੰਡ ਵੀ ਹੋ ਰਹੀ ਹੈ ਨਾਲ ਦੀ ਨਾਲ। ਅਤੇ ਹਾਂਜੀ, ਮੈਂ ਹਰਜੋਤ ਸਿੰਘ ਜੀ ਤੁਹਾਡਾ ਇੱਕ ਵਾਰੀ ਫਿਰ ਥੈਂਕ ਕਰਦਾ, ਮੈਨੂੰ ਮੌਕਾ ਮਿਲਿਆ। ਮੈਂ ਤੁਹਾਨੂੰ ਜਾਣਦਾ ਸੀਗਾ ਜਦੋਂ ਵੈਸੇ ਮੈਂ ਤੁਹਾਡੇ ਨਾਲ ਜ਼ਿਆਦਾ ਮੇਰੀ ਜਿਹੜੀ ਕਨੈਕਸ਼ਨ ਹੋਇਆ ਜਾਂ ਕੋਂਟੈਕਟ ਹੋਇਆ ਫੇਸਬੁੱਕ 'ਤੇ ਹੋਇਆ, ਤਾਂ ਮੈਂ ਤੁਹਾਡੀ ਕਿਤਾਬ ਪੜ੍ਹੀ ਸੀ ਜਿਹੜੀ ਆਪਣੀ ਜੀਓ ਪੋਲੀਟਿਕਸ, ਜਿਹੜੀ ਤੁਸੀਂ ਟਰਾਂਸਲੇਟ ਕੀਤੀ ਸੀਗੀ, ਤਾਂ ਬਹੁਤ ਇੱਕ ਵਧੀਆ ਕਿਤਾਬ ਸੀਗੀ ਉਹ। ਅਤੇ ਉਦੋਂ ਮੈਂ ਤੁਹਾਡੇ ਨਾਲ ਕੋਂਟੈਕਟ ਫਿਰ ਮੈਂ ਫੇਸਬੁੱਕ 'ਤੇ ਕੀਤਾ। ਮੈਨੂੰ ਸਾਡੇ ਦਰਸ਼ਕਾਂ ਨੂੰ, ਜਿੰਨੇ ਵੀ ਸੁਣਨਗੇ ਆਪਾਂ ਨੂੰ, ਆਪਣੀ ਬੈਕਗਰਾਊਂਡ ਦੱਸੋ ਕਿ ਤੁਹਾਡੀ ਜਿਹੜੀ ਬੈਕਗਰਾਊਂਡ ਆ, ਤੁਹਾਡੀ ਐਜੂਕੇਸ਼ਨ ਹੈ, ਤੁਹਾਡਾ ਜਨਮ ਹੈ, ਜਾਂ ਤੁਹਾਡਾ ਜਿਹੜਾ ਪਿਛੋਕੜ ਹੈ ਉਹ ਕੀ ਹੈ? ਐਕਚੁਅਲੀ ਮੈਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਨੂੰ ਬਿਲੋਂਗ ਕਰਦਾ। ਪਿੰਡ ਦਾ ਨਾਂ ਹੈਗਾ ਰਾਏ ਧਰਾਣਾ। ਇਹ ਲਹਿਰਾ ਗਾਗਾ ਵਿਧਾਨ ਸਭਾ ਹਲਕੇ ਦਾ ਹਿੱਸਾ ਹੈ, ਅਤੇ ਮੇਰੀ ਜਿਹੜੀ ਪੜ੍ਹਾਈ ਹੋਈ ਹੈ ਜ਼ਿਆਦਾਤਰ ਉਹ ਪਿੰਡ ਦੇ ਸਕੂਲ ਤੋਂ ਹੋਈ ਹੈ, ਫਿਰ ਲਹਿਰਾ ਗਾਗਾ ਤੋਂ ਹੋਈ ਹੈ, ਅਤੇ ਆਫਟਰ ਦੈਟ ਮੈਂ ਆਪਣੀ ਗ੍ਰੈਜੂਏਸ਼ਨ ਜਿਹੜੀ ਕੀਤੀ ਹੈ ਉਹ ਕੀਤੀ ਹੈ ਹਰਿਆਣੇ ਦੇ ਵਿੱਚੋਂ, ਕਿਉਂਕਿ ਸਾਡਾ ਜਿਹੜਾ ਇਲਾਕਾ ਪੈਂਦਾ ਉਹ ਹਰਿਆਣੇ ਨੂੰ ਟੱਚ ਕਰਦਾ ਹੈ ਜੋਗ੍ਰਾਫੀਕਲੀ। ਅਤੇ ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ, ਅਤੇ ਇਸ ਤੋਂ ਬਾਅਦ ਮੈਂ ਆਪਣੀ MA ਪੰਜਾਬੀ ਕੀਤੀ, MA ਪੰਜਾਬੀ ਲਿਟਰੇਚਰ ਤੋਂ, ਅਤੇ ਇਹ ਮੈਂ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਅਤੇ ਇਸ ਤੋਂ ਬਾਅਦ PGDCA ਕੀਤੀ, ਅਤੇ ਬਸ ਇੱਥੇ ਆ ਕੇ ਇਸ ਤੋਂ ਬਾਅਦ ਮੈਂ ਪੜ੍ਹਾਈ ਨਹੀਂ ਕਰ ਰਿਹਾ ਹੈਗਾ, ਅਤੇ ਅਨੁਵਾਦ ਦੇ ਖੇਤਰ 'ਚ ਮੈਂ ਆਲਮੋਸਟ 2020 ਤੋਂ ਮੈਂ ਐਕਟਿਵ ਹੋਇਆ, ਅਤੇ ਬਸ ਇੱਥੋਂ ਕਹਾਣੀ ਸ਼ੁਰੂ ਹੋਈ ਅਨੁਵਾਦ ਦੀ ਜਿਹੜੀ ਹੁਣ ਤੱਕ ਚੱਲ ਰਹੀ ਹੈ। ਰਿਹਾਇਸ਼ ਫਿਰ ਮਾਲਵੇ ਸੰਗਰੂਰ ਦੇ ਵਿੱਚ ਹੀ ਹੈ ਜਾਂ ਮਤਲਬ ਕਿਤੇ ਹੋਰ, ਜਿਸ ਤਰ੍ਹਾਂ ਪਟਿਆਲਾ? ਜੀ ਮੈਂ ਹੁਣ ਤੱਕ ਮੈਂ ਪਿੰਡ ਰਹਿੰਦਾ ਰਿਹਾ। ਪਿਛਲੇ 3 ਕੁ ਮਹੀਨਿਆਂ ਤੋਂ ਮੈਂ ਪੰਜਾਬ ਦਾ ਸ਼ਹਿਰ ਹੈਗਾ ਇੱਕ ਬੜਾ ਫੇਮਸ ਸ਼ਹੀਦ ਊਧਮ ਸਿੰਘ ਦਾ ਸ਼ਹਿਰ ਹੈ ਸੁਨਾਮ, ਮੈਂ ਅੱਜ ਕੱਲ੍ਹ ਉੱਥੇ ਰਹਿ ਰਿਹਾ, ਅਤੇ ਕਿਉਂਕਿ ਉੱਥੇ ਇੱਕ ਛੋਟਾ ਜਿਹਾ ਬਿਜ਼ਨਸ ਸੀ ਉਹ ਕੀਤਾ ਹੋਇਆ ਸੀਗਾ, ਅਤੇ ਉਹਦੇ ਕਰਕੇ ਅੱਜ ਕੱਲ੍ਹ ਰਿਹਾਇਸ਼ ਉੱਥੇ ਹੈ, ਅਤੇ ਪਿੰਡ ਤਾਂ ਹੈਗੀ ਆ, ਉੱਥੇ ਪੇਰੈਂਟਸ ਰਹਿੰਦੇ ਨੇ, ਅਤੇ ਆਹ ਕੁਛ ਚੱਲ ਰਿਹਾ ਹੁਣ। ਠੀਕ ਹੈ ਬਿਲਕੁਲ। ਅੱਛਾ, ਤੁਸੀਂ ਅਨੁਵਾਦ ਦੇ ਖੇਤਰ ਵਿੱਚ ਹੈਗੇ ਹੋਗੇ, ਤੁਹਾਡੀ ਐਜੂਕੇਸ਼ਨ ਵੀ ਜਿਸ ਤਰ੍ਹਾਂ ਤੁਸੀਂ ਮਾਸਟਰ ਹੋ ਗਈ, PGDCA ਹੋ ਗਈ ਹੈ ਨਾ, ਤੁਸੀਂ ਜਿਹੜੀ ਲੈਂਗੁਏਜ ਹੈਗੀਆਂ ਤੁਹਾਨੂੰ ਜਿਵੇਂ ਕਾਫੀ ਕਿਤਾਬਾਂ ਤੁਸੀਂ ਬਾਹਰਲੀਆਂ ਵੀ ਜਿਹੜੀਆਂ ਹੈਗੀਆਂ ਇੰਗਲਿਸ਼ ਦੀਆਂ ਵੀ ਨਾਵਲ ਹੋ ਗਏ ਔਰ ਹੋਰ ਵੀ ਕਿਤਾਬਾਂ ਹੋ ਗਈਆਂ, ਉਹਨਾਂ ਨੂੰ ਪੰਜਾਬੀ 'ਚ ਅਨੁਵਾਦ ਕੀਤਾ। ਸੋ ਲੈਂਗੁਏਜ ਜਿਹੜੀਆਂ ਹੈਗੀਆਂ, ਕਿੰਨੀਆਂ ਕੁ ਲੈਂਗੁਏਜ ਦੀ ਨੌਲੇਜ ਤੁਸੀਂ ਰੱਖਦੇ ਹੋਗੇ ਫਿਰ? ਮੇਨਲੀ ਮੈਂ ਜਿੱਥੋਂ ਤੱਕ ਮੈਂ ਆਪਣੀ ਕਮਾਂਡ ਦੀ ਗੱਲ ਕਰਦਾ, ਅਸਲ ਦੇ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਮੇਰੀਆਂ 3 ਭਾਸ਼ਾਵਾਂ ਦੇ ਉੱਪਰ ਹੀ ਮੇਰੀ ਪਕੜ ਹੈਗੀ ਆ। ਤਿੰਨੋਂ ਮੇਰੇ ਕਹਿ ਲਓ ਕਾਰਜ ਖੇਤਰ ਦਾ ਮੇਰੇ ਦਾ ਹਿੱਸਾ ਹੈਗੀਆਂ ਨੇ, ਤਿੰਨਾਂ ਦੇ ਵਿੱਚ ਹੀ ਮੈਂ ਕੰਮ ਕਰਦਾ। ਤਿੰਨਾਂ ਦਾ ਮੈਂ ਇੱਕ ਦੂਜੇ ਲੈਂਗੁਏਜ ਦੇ ਵਿੱਚ ਇਹਨਾਂ ਨੂੰ ਅਨੁਵਾਦ ਵੀ ਕਰਦਾ,
ਤੇ ਪਰ ਮੇਰਾ ਆਪਣਾ ਸ਼ੌਂਕ ਹੈਗਾ ਕਿ ਮੈਂ ਹੋਰ ਲੈਂਗੁਏਜ ਵੀ ਸਿੱਖ ਸਕਾਂ, ਜਿਨ੍ਹਾਂ ਦੇ ਵਿੱਚੋਂ ਉਰਦੂ ਦਾ ਮੈਨੂੰ ਹੈਗਾ ਕਿ ਮੈਂ ਸਿੱਖ ਲਵਾਂ, ਤੇ ਇੱਕ ਮੇਰੀ ਕੋਸ਼ਿਸ਼ ਹੈ ਕਿ ਮੈਂ ਸਪੈਨਿਸ਼ ਜਾਂ ਫਰੈਂਚ ਦੇ ਵਿੱਚੋਂ ਇੱਕ ਸਿੱਖ ਲਵਾਂ। ਤੇ ਉਹ ਮੇਰੀ ਫਿਊਚਰ ਦੇ ਉੱਪਰ ਡਿਪੈਂਡ ਕਰਦਾ ਕਿ ਕਿੰਨਾ ਕੁ ਵਕਤ ਮਿਲੂਗਾ ਆਉਣ ਵਾਲੇ ਸਮੇਂ ਦੇ ਵਿੱਚ, ਤੇ ਸਿੱਖ ਸਕਾਂਗਾ ਜਾਂ ਨਹੀਂ। ਤੇ ਪਰ 3 ਲੈਂਗੁਏਜ ਦੇ ਵਿੱਚ ਅੱਜ ਕੱਲ੍ਹ ਮੈਂ ਕੰਮ ਕਰ ਰਿਹਾ। 3 ਹੀ ਲੈਂਗੁਏਜ ਜਿਹੜੀਆਂ ਹੈਗੀਆਂ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ, ਤਿੰਨਾਂ ਦੇ ਵਿੱਚ। ਸੋ ਸਾਨੂੰ ਇਹਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਫਰੈਂਚ ਸਿੱਖਦੇ ਹੋ ਤਾਂ ਸਾਨੂੰ ਫਰੈਂਚ ਦਾ ਵੀ ਜਿਹੜਾ, ਕਿਉਂਕਿ ਫਰੈਂਚ ਦਾ ਵੀ ਆਪਣਾ ਇੱਕ ਲਿਟਰੇਚਰ ਬਹੁਤ ਵੱਡਾ ਲਿਟਰੇਚਰ ਹੈ ਫਰੈਂਚ ਐਜੂਕੇਸ਼ਨ ਦੇ ਵਿੱਚ ਵੀ, ਜੀ, ਜੀ, ਬਿਲਕੁਲ। ਲੈਂਗੁਏਜ ਦੇ ਵਿੱਚ ਵੀ ਜੀ, ਸਾਨੂੰ ਉਹ ਵੀ ਪੜ੍ਹਨ ਨੂੰ ਮਿਲ ਸਕਦਾ ਆ। ਨਹੀਂ ਬਹੁਤ, ਜੀ, ਬਿਲਕੁਲ, ਹਾਂਜੀ, ਬਿਲਕੁਲ। ਬਹੁਤ ਚੰਗੀ ਗੱਲ ਹੈ ਕਿ ਭਾਸ਼ਾ ਕੋਈ ਵੀ ਜਿਹੜੀ ਹੈਗੀ ਉਹਨੂੰ ਸਿੱਖਣ ਦੇ ਵਿੱਚ ਕੋਈ ਗੁਨਾਹ ਨਹੀਂ ਗਾ, ਸਿੱਖਣੀ ਚਾਹੀਦੀ ਆ। ਤੇ ਹੁਣ ਤੱਕ ਤੁਸੀਂ ਜਿਹੜੀਆਂ ਕਿੰਨੀਆਂ ਕਿਤਾਬਾਂ ਹੈਗੀਆਂ ਨੇਗੀਆਂ ਉਹਨਾਂ ਦਾ ਅਨੁਵਾਦ ਕਰ ਚੁੱਕੇ ਹੋ, ਤੇ ਕਿਹੜੀਆਂ ਕਿਹੜੀਆਂ ਜਿਹੜੀਆਂ ਕਿਤਾਬਾਂ ਨੇਗੀਆਂ, ਤੇ ਅਗਰ ਸਾਨੂੰ ਦੱਸੋ ਤੇ ਸਾਨੂੰ ਨਾ ਪਤਾ ਹੋਵੇ, ਸਾਡੇ ਦਰਸ਼ਕਾਂ ਨੂੰ ਜਾਂ ਸਰੋਤਿਆਂ ਨੂੰ ਆਪਣਿਆਂ ਨੂੰ ਨਾ ਪਤਾ ਹੋਵੇ ਕਿ ਕਿੰਨੀਆਂ ਕਿਤਾਬਾਂ ਜਿਹੜੀਆਂ ਹੁਣ ਜੀ, ਤੱਕ ਅਨੁਵਾਦ ਕਰ ਚੁੱਕੇ ਹੋ ਤੇ ਕਿਹੜੀਆਂ ਕਿਹੜੀਆਂ ਕਿਤਾਬਾਂ ਨੇਗੀਆਂ? ਮੈਂ ਬਾਈ ਜੀ ਹੁਣ ਤੱਕ 2020 ਤੋਂ ਕਿਤਾਬਾਂ ਮੇਰੀਆਂ ਆਉਣੀਆਂ ਸ਼ੁਰੂ ਹੋਈਆਂ ਸੀ। ਅਗਸਤ ਦੇ ਮਹੀਨੇ 2020 ਦੇ ਵਿੱਚ ਮੇਰੀ ਪਹਿਲੀ ਕਿਤਾਬ ਆਈ ਸੀ, ਤੇ ਅੱਜ ਹੁਣ ਵੀ ਅਗਸਤ ਦੇ ਮਹੀਨਾ ਚੱਲ ਰਿਹਾ, ਅੰਤ 'ਚ ਹੈਗੇ ਆ ਅਗਸਤ ਦੇ 'ਚ, ਤੇ ਲਗਭਗ ਮੈਨੂੰ 2 ਸਾਲ ਹੋ ਚੁੱਕੇ ਨੇ। ਇਹ 2 ਸਾਲਾਂ ਦੇ ਵਿੱਚ ਹੁਣ ਤੱਕ ਮੇਰੀਆਂ 14 ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ ਟਰਾਂਸਲੇਟ ਮੈਂ ਕਰ ਚੁੱਕਿਆ। ਤੇ ਕੁਛ ਕਿਤਾਬਾਂ ਇੱਦਾਂ ਦੀਆਂ ਨੇ ਜਿਹੜੀਆਂ ਟਰਾਂਸਲੇਟ ਕੀਤੀਆਂ ਪਈਆਂ ਨੇ, ਉਹ ਹਲੇ ਪਬਲਿਸ਼ ਹੋਣ 'ਚ ਥੋੜ੍ਹਾ ਟਾਈਮ ਲੱਗੂ। ਉਹ ਇੱਕ ਉਹਦਾ ਦੇ ਆਪਣੇ ਇੱਕ ਟੈਕਨੀਕਲ ਕਾਰਨ ਨੇ ਕਿ ਉਹ ਕਦੋਂ ਪਬਲਿਸ਼ ਹੋ ਸਕਣਗੀਆਂ। ਪਰ 14 ਕਿਤਾਬਾਂ ਉਹ ਨੇ ਜਿਹੜੀਆਂ ਮਾਰਕੀਟ ਦੇ ਵਿੱਚ ਹੈਗੀਆਂ ਨੇ, ਤੇ ਇਹ 2020 ਤੋਂ ਸਫ਼ਰ ਸ਼ੁਰੂ ਹੁੰਦਾ। ਮੈਂ ਤੁਹਾਨੂੰ 1 ਬਾਏ 1 ਕਿਤਾਬਾਂ ਦੇ ਨਾਂ ਦੱਸਦਾ ਨਾ, ਇਹਦੇ 'ਚੋਂ ਕਿਸੇ ਨੂੰ ਵੀ, ਪਾਠਕ ਨੂੰ ਕਿਸੇ ਨੂੰ ਜ਼ਰੂਰਤ ਹੋਵੇ ਇਹਦੇ 'ਚ ਕੋਈ ਵੀ ਪਬਲਿਸ਼ਰ ਤੋਂ ਉਹਨਾਂ ਸੰਪਰਕ ਕਰਕੇ ਉਹਨਾਂ ਤੋਂ ਲੈ ਸਕਦੇ ਨੇ। ਸਭ ਤੋਂ ਪਹਿਲੀ ਜਿਹੜੀ ਕਿਤਾਬ ਕੀਤੀ ਸੀ ਬਾਈ ਜੀ, ਮੈਂ ਉਹ ਕੀਤੀ ਸੀ 1984, ਜਾਰਜ ਔਰਵੈਲ ਦਾ ਇੱਕ ਬੜਾ ਮਤਲਬ ਵਿਸ਼ਵ ਪ੍ਰਸਿੱਧ ਉਹਨਾਂ ਦਾ ਨਾਵਲ ਹੈਗਾ ਇਹ, ਜਿਹਨੂੰ ਕਲਾਸਿਕਸ ਦੇ ਵਿੱਚ ਗਿਣਿਆ ਜਾਂਦਾ, 1984। ਇਸ ਤੋਂ ਬਾਅਦ ਮੈਂ ਕੀਤਾ ਸੀ ਕਾਨੂੰਨੀ ਹਿੱਸਾ, ਚੰਦਨ ਪਾਂਡੇ ਦਾ ਨਾਵਲ। ਇਸ ਤੋਂ ਬਾਅਦ ਇੱਕ ਨੌਨ ਫਿਕਸ਼ਨ ਦੀ ਕਿਤਾਬ ਕੀਤੀ ਸੀ ਅਸ਼ੋਕ ਕੁਮਾਰ ਪਾਂਡੇ ਦੀ, ਉਸਨੇ ਗਾਂਧੀ ਨੂੰ ਕਿਉਂ ਮਾਰਿਆ। ਇਸ ਤੋਂ ਬਾਅਦ ਕੀਤੀ ਜੀਓਪੋਲਿਟਿਕਸ, ਜਿਹਦਾ ਤੁਸੀਂ ਪਹਿਲਾਂ ਜ਼ਿਕਰ ਕੀਤਾ, ਨਵਨੀਤ ਚਤੁਰਵੇਦੀ ਹੋਰਾਂ ਦੀ, ਜਿਹੜੀ ਪਿਛਲੇ ਸਾਲ ਦੀ ਬੈਸਟ ਸੇਲਰ ਰਹੀ ਹੈ ਕਿਤਾਬ। ਬਿਲਕੁਲ, ਉਹ ਇਸ ਤੋਂ ਬਹੁਤ ਬਾਅਦ ਵਧੀਆ ਕਿਤਾਬ ਸੀਗੀ ਉਹ, ਹਾਂਜੀ ਬਿਲਕੁਲ ਬਹੁਤ ਜੀ, ਜੀ, ਵਧੀਆ ਕਿਤਾਬ ਜੀ, ਸੀ ਉਹ। ਜੀ। ਉਸ ਤੋਂ ਬਾਅਦ ਬਾਈ ਜੀ ਮੈਂ ਕੀਤੀ ਸੀ ਟ੍ਰੋਟਸਕੀ ਦਾ ਕਤਲ, ਸ਼ਵੀਨਾਥ ਪਾਂਡੇ ਦੀ। ਟ੍ਰੋਟਸਕੀ ਬਾਰੇ ਬੜੇ ਥੋੜੇ ਘੱਟ ਲੋਕ ਹੀ ਜਾਣਦੇ ਨੇ। ਉਹ ਰਸ਼ੀਅਨ ਰੈਵੋਲਿਊਸ਼ਨ ਜਿਹੜਾ ਹੋਇਆ 1917 ਦਾ, ਉਹਦੇ ਇੱਕ ਪ੍ਰਮੁੱਖ ਲੀਡਰ ਸੀ, ਜਿਨ੍ਹਾਂ ਨੇ ਲੈਨਿਨ ਦੇ ਨਾਲ ਰਲ ਕੇ ਇਸ ਰੈਵੋਲਿਊਸ਼ਨ ਨੂੰ ਲੀਡ ਕੀਤਾ ਸੀਗਾ। ਉਹਨਾਂ ਦਾ ਬਾਅਦ ਚ ਮਰਡਰ ਹੋ ਗਿਆ ਸੀਗਾ, ਤੇ ਇਹ ਉਹਦੇ ਉੱਪਰ ਲਿਖੀ ਗਈ ਕਿਤਾਬ ਹੈ। ਤੇ ਇਹ ਤੋਂ ਬਾਅਦ ਕੀਤੀ ਸੀ ਅਪੀਲ, ਜਿਹੜੀ ਕਿ ਬਦਰਾਜ ਸਾਹਨੀ ਦੀ ਲਿਖੀ ਹੋਈ ਹੈ। ਇਹ ਪੰਜਾਬੀ ਭਾਸ਼ਾ ਦੇ ਉੱਪਰ ਮਤਲਬ ਵਨ ਆਫ ਦੀ ਬੈਸਟ ਆਰਟੀਕਲ ਮੈਂ ਇੱਕ ਕਹਿ ਸਕਦਾ, ਕਿਉਂਕਿ ਬਦਰਾਜ ਸਾਹਨੀ ਪਹਿਲਾਂ ਹਿੰਦੀ ਦੇ ਵਿੱਚ ਮਤਲਬ ਜੁੜੇ ਹੋਏ, ਜਾਂ ਹਿੰਦੀ ਜਾਂ ਅੰਗਰੇਜ਼ੀ ਦੇ ਨਾਲ ਜੁੜੇ ਹੋਏ ਬੰਦੇ ਸੀਗੇ। ਤੇ ਜਦੋਂ ਉਹਨਾਂ ਨੂੰ ਇਹ ਚੀਜ਼ਾਂ ਦਾ ਅਹਿਸਾਸ ਹੋਇਆ ਕਿ ਉਹਨਾਂ ਦੀ ਅਸਲੀ ਭਾਸ਼ਾ ਜਿਹੜੀ ਹੈਗੀ ਉਹ ਪੰਜਾਬੀ ਹੈ, ਫਿਰ ਉਹਨਾਂ ਨੇ ਪੰਜਾਬੀ 'ਚ ਲਿਖਣਾ ਸ਼ੁਰੂ ਕੀਤਾ। ਤੇ ਉਦੋਂ ਉਹਨਾਂ ਨੇ ਬਾਅਦ 'ਚ ਇੱਕ ਲੇਖ ਲਿਖਿਆ ਸੀਗਾ। ਉਸ ਲੇਖ ਦਾ ਉਹਨਾਂ ਨੇ ਟਾਈਟਲ ਦਿੱਤਾ ਸੀ ਅਪੀਲ, ਕਿ ਮੇਰੀ ਅਪੀਲ ਹੈ ਅੱਜ ਦੇ ਸਾਹਿਤਕਾਰਾਂ ਨੂੰ, ਅੱਜ ਦੇ ਇਹਨਾਂ ਲੋਕਾਂ ਨੂੰ, ਸਾਰਿਆਂ ਨੂੰ, ਕਿ ਪੰਜਾਬੀ ਭਾਸ਼ਾ ਕੀ ਹੈ, ਕੀ ਗੱਲਬਾਤ ਹੈ ਸਾਰੀ ਇਹ, ਤੁਸੀਂ ਆਪਣੀ ਭਾਸ਼ਾ ਤੋਂ ਕਿਉਂ ਟੁੱਟ ਜਾਂਦੇ ਹੋ, ਕਿਵੇਂ ਟੁੱਟ ਜਾਂਦੇ ਹੋ, ਤੇ ਉਹਨਾਂ ਦੀ ਖੁਦ ਦੀ ਵਾਪਸੀ ਕਿਵੇਂ ਹੋਈ ਫਿਰ ਪੰਜਾਬੀ ਭਾਸ਼ਾ ਦੇ ਵੱਲ। ਇਹ ਬੜਾ ਇੰਟਰਸਟਿੰਗ ਪੀਸ ਹੈ, ਇਹ ਬੜਾ ਇੰਟਰਸਟਿੰਗ। ਤੇ ਉਹਨਾਂ ਦਾ ਕਿਵੇਂ ਉਹਨਾਂ ਨੇ ਸ਼ਾਂਤੀ ਨਿਕੇਤਨ 'ਚ ਕੰਮ ਕੀਤਾ ਰਵਿੰਦਰ ਨਾਥ ਟੈਗੋਰ ਦੇ ਨਾਲ, ਕਿਵੇਂ ਉਹਨਾਂ ਨੇ ਗਾਂਧੀ ਨਾਲ ਵੀ ਉਹਨਾਂ ਦੀ ਇਸ ਮਾਮਲੇ ਦੇ ਵਿੱਚ ਗੱਲਬਾਤ ਹੋਈ, ਤੇ ਕਿਵੇਂ ਉਹ ਫਿਰ ਪੰਜਾਬੀ ਭਾਸ਼ਾ ਦੇ ਵੱਲ ਵਾਪਸ ਮੁੜੇ। ਤੇ ਜਿਹੜੇ ਬਦਰਾਜ ਸਾਹਨੀ ਨੂੰ ਜਾਣਦੇ ਨੇ ਜਾਂ ਪੜ੍ਹਦੇ ਨੇ, ਉਹਨਾਂ ਨੂੰ ਪਤਾ ਹੈ ਕਿ ਆਪਣੇ ਅਖੀਰਲੇ ਸਮੇਂ ਦੇ ਵਿੱਚ ਉਹਨਾਂ ਨੇ ਪੰਜਾਬੀ 'ਚ ਕਾਫੀ ਚੀਜ਼ਾਂ ਲਿਖੀਆਂ ਸੀ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਰੂਸੀ ਸਫ਼ਰਨਾਮਾ ਵੀ ਹੈਗਾ, ਉਹਨਾਂ ਦਾ ਪਾਕਿਸਤਾਨੀ ਸਫ਼ਰਨਾਮਾ ਵੀ ਹੈਗਾ, ਤੇ ਹੋਰ ਵੀ ਉਹਨਾਂ ਨੇ ਪੰਜਾਬੀ 'ਚ ਕਾਫੀ ਕੰਮ ਕੀਤਾ ਸੀ। ਤੇ ਪਰ ਉਹ ਪੰਜਾਬੀ ਭਾਸ਼ਾ ਵੱਲ ਕਿਵੇਂ ਮੁੜੇ, ਇਹ ਉਹਨਾਂ ਦਾ ਇੱਕ ਬੜਾ ਇੰਟਰਸਟਿੰਗ ਸਫ਼ਰ ਹੈ। ਜੇ ਉਹਨਾਂ ਦਾ ਪੜ੍ਹਨਾ ਹੋਵੇ, ਬੜੀ ਛੋਟੀ ਜਿਹੀ ਕਿਤਾਬ ਹੈ ਇਹ, 40 ਤੋਂ 50 ਪੰਨਿਆਂ ਦਾ ਇੱਕ ਲੇਖ ਹੈ। ਤੇ ਇਹ ਹੈਗਾ ਸੀ ਮੇਰਾ ਮਤਲਬ 6ਵੀਂ ਕਿਤਾਬ ਜਿਹੜੀ ਹੈਗੀ ਸੀ। ਇਸ ਤੋਂ ਬਾਅਦ ਬਾਲੀਵੁੱਡ ਦੇ ਫੇਮਸ ਐਕਟਰ ਇਰਫਾਨ, ਤੇ ਉਹਨਾਂ ਬਾਰੇ ਤਾਂ ਖੈਰ ਸਭ ਨੂੰ ਹੀ ਪਤਾ ਹੈ, ਉਹਨਾਂ ਦੇ ਉੱਪਰ ਕਿਤਾਬ ਲਿਖੀ ਸੀ ਅਜੇ ਬ੍ਰਹਿਮ ਆਤਮਜ ਨੇ। ਉਹ ਬਾਲੀਵੁੱਡ ਦੇ ਬੜੇ ਫੇਮਸ ਜਰਨਲਿਸਟ ਤਾਂ ਹੈਗੇ ਹੀ ਨੇ, ਤੇ ਉਹ ਇਰਫਾਨ ਦੇ ਬੜੇ ਖਾਸ ਦੋਸਤ ਸੀਗੇ। ਉਹਨਾਂ ਨੇ ਕਿਤਾਬ ਲਿਖੀ ਸੀ ਇਰਫਾਨ ਕੁਝ ਪੰਨੇ ਕੋਰੇ ਰਹਿ ਗਏ। ਤੇ ਇਰਫਾਨ ਦੀ ਲੇਖਕ ਨਾਲ ਨੇੜਤਾ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਜਦੋਂ ਇਰਫਾਨ ਲੰਡਨ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਸੀਗੇ, ਬੈੱਡ ਤੇ ਸੀਗੇ, ਉਹਨਾਂ ਨੂੰ ਬਿਲਕੁਲ ਪਤਾ ਵੀ ਸੀਗਾ ਕਿ ਕਿਸੇ ਵੀ ਵਕਤ ਮੌਤ ਆ ਸਕਦੀ ਹੈ, ਤਾਂ ਉਹਨਾਂ ਨੇ ਉਸ ਵਕਤ ਇੱਕ ਲੈਟਰ ਲਿਖਿਆ ਸੀਗਾ, ਚਿੱਠੀ ਲਿਖੀ ਸੀ। ਉਹ ਚਿੱਠੀ ਦੇ ਵਿੱਚ ਉਹਨਾਂ ਨੇ ਉਦੋਂ ਆਪਦੇ ਅਹਿਸਾਸ ਲਿਖੇ ਸੀਗੇ ਕਿ ਹੁਣ ਜਦੋਂ ਮੈਂ ਮੌਤ ਦੇ ਇੰਨਾ ਕਰੀਬ ਆ, ਤਾਂ ਹੁਣ ਮੈਂ ਕੀ ਸੋਚਦਾ ਜ਼ਿੰਦਗੀ ਬਾਰੇ।
ਇੱਕ ਐਕਟਰ ਜਿਹੜਾ ਮਤਲਬ ਇੰਨਾ ਪ੍ਰਸਿੱਧ ਹੋਵੇ, ਇੰਨਾ ਪੈਸਾ ਹੋਵੇ ਉਹਦੇ ਕੋਲੇ, ਹਰ ਚੀਜ਼ ਉਹ ਬੰਦੇ ਕੋਲੇ ਹੋਵੇ, ਪਰ ਉਹ ਬੰਦਾ ਮੌਤ ਦੇ ਇੰਨਾ ਨੇੜੇ ਹੈ ਤੇ ਉਹ ਬੰਦਾ ਉੱਥੇ ਪੈ ਕੇ ਕੀ ਸੋਚ ਰਿਹਾ ਹੈ। ਤੇ ਉਹਨੇ ਉਦੋਂ ਲੈਟਰ ਲਿਖਿਆ ਸੀਗਾ ਆਪਦੇ ਬੇਹੱਦ ਖਾਸ ਦੋਸਤ ਨੂੰ, ਤੇ ਉਹ ਕਿੰਨਾ ਕੁ ਖਾਸ ਹੋਊਗਾ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਬੰਦਾ ਆਪਣੇ ਅਖੀਰਲੇ ਵਕਤ 'ਚ ਲੈਟਰ ਲਿਖ ਰਿਹਾ ਉਸਨੂੰ। ਤੇ ਉਹ ਉਹਨਾਂ ਦਾ ਦੋਸਤ ਇਹੀ ਸੀ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ। ਇਹ ਬੜੇ ਮਤਲਬ ਵੱਡਾ ਨਾਮ ਨੇ ਬਾਲੀਵੁੱਡ ਦੇ ਵਿੱਚ, ਇਹਨਾਂ ਨੂੰ ਮਤਲਬ ਬਹੁਤ ਵੱਡੇ ਪੱਧਰ ਦੇ ਉੱਪਰ ਇਹਨਾਂ ਨੂੰ ਜਾਣਿਆ ਜਾਂਦਾ ਹੈ। ਇਹਨਾਂ ਨੇ ਕਿਤਾਬ ਲਿਖੀ ਸੀ, ਬਾਅਦ 'ਚ ਇਰਫਾਨ ਕੁਝ ਪੰਨੇ ਕੋਰੇ ਰਹਿ ਗਏ। ਬਹੁਤ ਇੰਟਰਸਟਿੰਗ ਹੈ, ਮਤਲਬ ਮੈਨੂੰ ਇਹ ਲੱਗਦਾ ਕਿ ਇਹਨੂੰ ਸਿਰਫ ਇਸ ਕਰਕੇ ਨਹੀਂ ਪੜ੍ਹਿਆ ਜਾਣਾ ਚਾਹੀਦਾ ਕਿਤਾਬ ਨੂੰ ਕਿ ਇਹ ਕਿਸੇ ਐਕਟਰ ਦੀ ਹੈ, ਕਿ ਉਹ ਪ੍ਰਸਿੱਧ ਸੀਗਾ। ਮੈਨੂੰ ਲੱਗਦਾ ਇਹਨੂੰ ਇਸ ਕਰਕੇ ਪੜ੍ਹਿਆ ਜਾਣਾ ਚਾਹੀਦਾ ਕਿ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਯਾਰ ਉਹ ਬੰਦਾ ਇੱਕ ਐਕਟਰ ਤੋਂ ਵੀ ਵੱਧ ਹੋਰ ਕਿੰਨਾ ਕੁਛ, ਕਿੰਨੇ ਸੋਹਣੇ ਵਿਚਾਰ ਰੱਖਦਾ ਸੀਗਾ। ਤੁਸੀਂ ਇਰਫਾਨ ਦੇ ਐਜੂਕੇਸ਼ਨ ਦੇ ਉੱਪਰ ਵਿਚਾਰ ਪੜੋਗੇ, ਤੁਸੀਂ ਹੈਰਾਨ ਰਹਿ ਜਾਓਗੇ ਕਿ ਯਾਰ ਆਪਾਂ ਇਸ ਐਂਗਲ ਤੋਂ ਕਦੇ ਵੀ ਨਹੀਂ ਸੋਚਿਆ ਜਿੱਦਾਂ ਉਹ ਐਜੂਕੇਸ਼ਨ ਦੇ ਉੱਪਰ ਸੋਚਦੇ ਸੀਗੇ। ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿਹੋ ਜਿਹੇ ਸਕੂਲਾਂ 'ਚ ਪੜ੍ਹਾਈ ਕਰਵਾ ਰਹੇ ਸੀ, ਉਹ ਤੁਸੀਂ ਹੈਰਾਨ ਰਹਿ ਜਾਓਗੇ। ਮਤਲਬ ਬਿਲਕੁਲ ਇੱਕ ਸੋ ਕਾਲਡ ਇੰਡੀਆ ਦੇ ਐਜੂਕੇਸ਼ਨ ਸਿਸਟਮ ਤੋਂ ਬਿਲਕੁਲ ਤੋੜ ਕੇ ਆਪਣੇ ਬੱਚਿਆਂ ਨੂੰ ਇੱਕ ਉਹ ਇਹੀ ਜਿਹੀ ਪੜ੍ਹਾਈ ਕਰਵਾ ਰਹੇ ਸੀ ਜਿਹਦੇ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ। ਠੀਕ, ਤੇ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਉਹਨਾਂ ਦਾ ਹੋਰ ਕੀ ਮਤਲਬ ਨਜ਼ਰੀਆ ਹੈਗਾ ਸੀ, ਉਹ ਸਾਰੀਆਂ ਚੀਜ਼ਾਂ ਇਸ ਕਿਤਾਬ ਦੇ ਵਿੱਚ ਹੈਗੀਆਂ ਨੇ। ਉਹਨਾਂ ਦੀ ਫਿਲਮਾਂ ਬਾਰੇ ਵੀ ਜਾਣਕਾਰੀ ਹੈਗੀ ਹੈ, ਇੰਟਰਵਿਊਜ਼ ਨੇ ਉਹਨਾਂ ਦੇ, ਤੇ ਕਾਫੀ ਇੰਪੋਰਟੈਂਟ ਹੈ। ਇਹਨੂੰ ਕਾਫੀ ਮੈਨੂੰ ਜਦੋਂ ਇਹ ਆਈ ਸੀ ਕਿਤਾਬ, ਉਸ ਤੋਂ ਬਾਅਦ ਕਈ ਪੰਜਾਬੀ ਦੇ ਜਿਹੜੇ ਹੈਗੇ ਨੇ, ਜਿਹੜੇ ਆਰਟਿਸਟ ਹੈਗੇ ਨੇ, ਇਹਨਾਂ ਦੇ ਕਈਆਂ ਦੇ ਫੋਨ ਵੀ ਆਏ ਸੀਗੇ ਕਿ ਤੁਸੀਂ ਬੜਾ ਸੋਹਣਾ ਕੰਮ ਕੀਤਾ। ਤੇ ਇਹ ਕਿਤਾਬ ਜ਼ਰੂਰ ਪੜ੍ਹੀ ਜਾਣੀ ਚਾਹੀਦੀ ਹੈ। ਸੋ ਜਿਹੜੀ ਇਹ ਇਸ ਤੋਂ ਬਾਅਦ ਜੀ ਇਰਫਾਨ ਬਾਰੇ ਜਿਹੜੀ ਕਿਤਾਬ ਹੈਗੀ ਆ, ਇਹਦੇ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਜਿਸ ਤਰ੍ਹਾਂ ਇਹ ਕਿਤਾਬ ਆ ਕਿ ਜੀ ਇਹ ਉਹਦੇ ਆਖਰੀ ਸਮੇਂ ਦੀ ਉਸ ਜਿਹੜੀ ਲੈਟਰ ਉਹਨਾਂ ਨੇ ਲਿਖੀ ਆਪਣੇ ਦੋਸਤ ਨੂੰ, ਉਸੇ ਤੇ ਹੀ ਆਧਾਰਿਤ ਹੈਗੀ ਆ, ਜਾਂ ਕੋਈ ਉਹਨਾਂ ਦੀ ਆਪਣੀ ਜੀਵਨੀ ਕਹਿ ਲਓ, ਜਾਂ ਪਿੱਛੇ ਤੋਂ ਵੀ ਉਹਨਾਂ ਨੇ ਕੁਝ ਉਹਦੇ ਵਿੱਚ ਦੱਸਿਆ ਹੈਗਾ ਆ, ਜਾਂ ਸਿਰਫ ਜਿਹੜੇ ਆਖਰੀ ਸਮੇਂ ਦੇ ਉਹਨਾਂ ਦੇ ਅਹਿਸਾਸ ਹੈਗੇ ਹੈਗੇ ਉਹ, ਜਾਂ ਅਹਿਸਾਸ ਜਾਂ ਉਹਨਾਂ ਦੀ ਸੋਚ ਜਿਹੜੀ ਹੈਗੀ ਆ ਉਹਨਾਂ ਨੇ ਆਖਰੀ ਸਮੇਂ ਤੇ ਉਹਨਾਂ ਦੇ ਦਿਮਾਗ ਵਿੱਚ ਸੀਗੀ, ਸਾਰੀ ਉਮਰ ਰਹੀ ਹੈ, ਸੋ ਉਹੀ ਇਸ ਕਿਤਾਬ ਦੇ ਵਿੱਚ ਸੀਗੀ, ਜਾਂ ਕੋਈ ਬੈਕਗਰਾਉਂਡ ਵੀ ਜਿਹੜੀ ਹੈਗੀ ਆ ਉਹਨਾਂ ਨੇ ਆਪਣੀ ਦੱਸੀ ਆ, ਜਾਂ ਕਿਸ ਤਰ੍ਹਾਂ ਉਹਨਾਂ ਨੇ ਸਟਰਗਲ ਕੀਤਾ ਆ ਫਿਲਮ ਇੰਡਸਟਰੀ ਦੇ ਵਿੱਚ, ਕੋਈ ਇਸ ਤਰ੍ਹਾਂ ਦਾ ਵੀ ਹੈ? ਅਸਲ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਲੈਟਰ ਲਿਖਿਆ ਸੀਗਾ, ਉਹ ਲੈਟਰ ਨੂੰ ਬਕਾਇਦਾ ਇਸ ਕਿਤਾਬ ਦੇ ਵਿੱਚ ਲਗਾਇਆ ਗਿਆ। ਉੱਦਾਂ ਤਾਂ ਉਹਦਾ ਐਜ਼ ਇਟ ਬਿਲਕੁਲ ਇੰਨ ਬਿੰਨ ਇੱਦਾਂ ਹੀ ਇਹਨੂੰ ਉੱਥੇ ਲਗਾਇਆ ਗਿਆ ਪੰਜਾਬੀ 'ਚ ਅਨੁਵਾਦ ਕਰਕੇ। ਉਹ ਦੱਸਦਾ ਕਿ ਅਸਲ 'ਚ ਉਹਨਾਂ ਦੇ ਅਹਿਸਾਸ ਕਿਹੋ ਜਿਹੇ ਸੀਗੇ। ਪਰ ਬਾਕੀ ਸਾਰੀ ਕਿਤਾਬ ਦੇ ਵਿੱਚ ਅਸਲ ਦੇ ਵਿੱਚ ਉਹਨਾਂ ਦੇ ਇੰਟਰਵਿਊਜ਼ ਨੇ, ਜਿਹੜੀਆਂ ਉਹਨਾਂ ਨੇ ਲੇਖਕ ਦੇ ਨਾਲ ਇੰਨੇ ਸਾਲਾਂ ਦੇ ਵਿੱਚ ਵੱਖ-ਵੱਖ ਸਮਿਆਂ ਦੌਰਾਨ ਇੰਟਰਵਿਊਜ਼ ਕੀਤੇ ਸੀਗੇ, ਕਿਉਂਕਿ ਦੋਨੋਂ ਦੋਸਤ ਵੀ ਹੈਗੇ ਸੀ ਤੇ ਦੋਨੋਂ ਦਾ ਰਿਸ਼ਤਾ ਪ੍ਰੋਫੈਸ਼ਨਲ ਤਰੀਕੇ ਨਾਲ ਵੀ ਹੈਗਾ ਸੀ ਕਿ ਉਹ ਜਰਨਲਿਸਟ ਸੀਗੇ, ਉਹ ਇੱਕ ਐਕਟਰ ਸੀਗੇ। ਉਹ ਦੋਨੋਂ ਦੋਸਤਾਂ ਦੀ ਤਰੀਕੇ ਨਾਲ ਤਾਂ ਮਿਲਦੇ ਸੀਗੇ, ਪ੍ਰੋਫੈਸ਼ਨਲੀ ਵੀ ਮਿਲਦੇ ਸੀਗੇ। ਤੇ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਬਹੁਤ ਵਾਰੀ ਇੱਕ ਦੂਜੇ ਆਪਣੇ ਇੰਟਰਵਿਊ ਉਹਨਾਂ ਨੇ ਦਿੱਤੇ ਸੀਗੇ ਲੇਖਕ ਨੂੰ, ਤੇ ਉਹ ਇੰਟਰਵਿਊਜ਼ ਵੀ ਇਹਦੇ 'ਚ ਦਰਜ ਹੈਗੇ ਨੇ। ਇਸ ਤੋਂ ਇਲਾਵਾ ਵੀ ਜਦੋਂ ਲੇਖਕ ਉਹਨਾਂ ਨੂੰ ਘਰੇ ਮਿਲਣ ਜਾਂਦੇ ਸੀਗੇ, ਤਾਂ ਜਿਹੜੀ ਇੱਕ ਹੁੰਦਾ ਨਾ ਕਿ ਅਨਅਫੀਸ਼ੀਅਲ ਜਿਹੜੀਆਂ ਆਪਣੀਆਂ ਕੁਛ ਗੱਲਾਂ ਹੁੰਦੀਆਂ, ਜਿਹੜੀਆਂ ਆਪਾਂ ਏਦਾਂ ਹੀ ਕਰ ਲੈਂਦੇ ਹਾਂ ਘਰੇ ਜਦੋਂ ਮਿਲਣ ਜਾਂਦੇ ਹਾਂ ਕਿਸੇ ਨੂੰ, ਤਾਂ ਉਸ ਦੌਰਾਨ ਇਰਫਾਨ ਕਿੱਦਾਂ ਦੀਆਂ ਗੱਲਾਂ ਕਰਦੇ ਸੀਗੇ, ਕਿੱਦਾਂ ਸਵਾਲਾਂ ਦੇ ਜਵਾਬ ਦਿੰਦੇ ਸੀਗੇ, ਕਿੱਦਾਂ ਚੀਜ਼ਾਂ ਬਾਰੇ ਸੋਚਦੇ ਸੀਗੇ ਕਿ ਦੇਸ਼ ਵਿੱਚ ਆਹ ਚੀਜ਼ ਚੱਲ ਰਹੀ ਹੈ, ਇਹਦੇ ਉੱਪਰ ਇਰਫਾਨ ਕੀ ਸੋਚਦੇ ਨੇ, ਹੈ ਨਾ, ਆਰਟ ਦੇ ਉੱਪਰ, ਸਿਨੇਮਾ ਦੇ ਉੱਪਰ ਉਹ ਕੀ ਸੋਚ ਰਹੇ ਨੇ, ਬਿਲਕੁਲ ਉਸ ਵਕਤ ਜਦੋਂ ਕੋਈ ਕੈਮਰਾ ਨਹੀਂ ਹੁੰਦਾ, ਠੀਕ, ਆਫ ਦਾ ਸਕਰੀਨ, ਸੋ ਠੀਕ, ਜਦੋਂ ਉਹ ਉਦੋਂ ਕੀ ਸੋਚਦੇ ਸੀਗੇ। ਠੀਕ ਜੀ ਠੀਕ ਸੋ ਆਪਾਂ ਹੁਣ ਅਗਲੀ ਕਿਤਾਬ ਤੇ ਚੱਲਦੇ ਹਾਂ, ਕਿ ਕੋਈ ਦਰਸ਼ਕਾਂ ਜੀ ਲਈ, ਆਪਣੇ ਸਰੋਤਿਆਂ ਲਈ ਇਹ ਵੀ ਰੱਖੀਏ ਕਿ ਉਹ ਇੱਕ ਰਹੱਸੀ ਰਵੇ, ਕਿਤਾਬ ਪੜ੍ਹ ਕੇ ਹੀ ਪਤਾ ਲੱਗੇ। ਆਪਾਂ ਜੇ ਜ਼ਿਆਦਾ ਦੱਸਾਂਗੇ ਤਾਂ ਫਿਰ ਉਹ ਜੀ 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 ਕਿਤਾਬ ਪੜ੍ਹਨ ਦਾ ਬਿਲਕੁਲ। ਵੀ ਸਵਾਦ ਨਹੀਂ ਆਊਗਾ। ਇਸ ਤੋਂ ਅਗਲੀ ਜੀ ਜੀ ਕਿਤਾਬ ਕਿਹੜੀ ਬਿਲਕੁਲ। ਸੀਗੀ ਜਿਹੜੀ ਤੁਸੀਂ ਅਨੁਵਾਦ ਜੀ ਕੀਤੀ ਹੈ? ਇਹ ਬਾਈ ਜੀ, ਇਸ ਤੋਂ ਬਾਅਦ 8ਵੀਂ ਜਿਹੜੀ ਕਿਤਾਬ ਹੈਗੀ ਉਹ ਹੈਗੀ ਹੈ ਖਾਲਿਸਤਾਨ ਦੀ ਸਾਜ਼ਿਸ਼। ਇਹ ਜਿਹੜੀ ਲਿਖੀ ਗਈ ਹੈ GBS ਸਿੱਧੂ, ਐਕਸ IPS। ਇਹ ਰਾਓ ਦੇ ਵਿੱਚ ਇਹਨਾਂ ਨੇ 26 ਸਾਲ ਸਰਵਿਸ ਕੀਤੀ ਹੈ। ਇੰਡੀਆ ਦੀ ਜਿਹੜੀ ਮੋਸਟ ਸੀਕ੍ਰੇਟ ਏਜੰਸੀ ਹੈਗੀ ਹੈ, ਉਹਦੇ ਵਿੱਚ 1964 ਬੈਚ ਦੇ IPS ਨੇ ਇਹ, ਤੇ ਰਿਟਾਇਰਡ ਨੇ, ਦਿੱਲੀ ਦੇ ਵਿੱਚ ਰਹਿੰਦੇ ਨੇ ਹੁਣ। ਤੇ ਉਹਨਾਂ ਨੇ ਇਸ ਵਿਸ਼ੇ ਦੇ ਉੱਪਰ ਬੜੀ ਇੱਕ ਜ਼ਬਰਦਸਤ ਕਿਤਾਬ ਲਿਖੀ ਹੈ। ਇਹ ਪਿਛਲੇ ਸਾਲ ਦੀ 2021 ਦੀਆਂ ਦੋ ਕਿਤਾਬਾਂ ਨੂੰ ਜਿਨ੍ਹਾਂ ਨੂੰ ਮੈਂ ਮੰਨਦਾ ਕਿ ਉਹ ਬੜੀਆਂ ਸੁਪਰ ਹਿੱਟ ਰਹੀਆਂ ਨੇ, ਇੱਕ ਜੀਓ ਪੋਲਿਟਿਕਸ, ਇੱਕ ਖਾਲਿਸਤਾਨ ਦੀ ਸਾਜ਼ਿਸ਼। ਇਹ ਅੰਗਰੇਜ਼ੀ ਦੇ ਵਿੱਚ ਛਪੀ ਹੈ ਦਾ ਖਾਲਿਸਤਾਨ ਕੌਂਸਪੀਰੇਸੀ ਦੇ ਨਾਂ ਤੋਂ, ਤੇ ਪੰਜਾਬੀ 'ਚ ਇਹਦਾ ਅਨੁਵਾਦ ਹੈਗਾ ਖਾਲਿਸਤਾਨ ਦੀ ਸਾਜ਼ਿਸ਼। ਇਹ GBS ਸਿੱਧੂ ਦੁਆਰਾ ਲਿਖੀ ਗਈ ਹੈ ਤੇ ਪਿਛਲੇ ਸਾਲ ਹੀ ਇਹ ਰਿਲੀਜ਼ ਹੋਈ ਹੈ। ਤੇ ਇਸ ਤੋਂ ਬਾਅਦ ਬਾਈ ਜੀ ਹੈਗੀ ਹੈ JNU ਦੀ ਗਾਥਾ। JNU ਕਾਫੀ ਚਰਚਾ ਦੇ ਵਿੱਚ ਰਹਿੰਦਾ, ਖਾਸ ਕਰਕੇ ਜਦੋਂ ਦੀ BJP ਦੀ ਸਰਕਾਰ ਆਈ ਹੈ, ਉਹ ਟਾਰਗੇਟ ਦੇ ਉੱਪਰ ਰਹੀ ਹੈ ਯੂਨੀਵਰਸਿਟੀ। ਤੇ ਪਰ ਇਹ ਹੁੰਦਾ ਕਿ ਨੈਸ਼ਨਲ ਮੀਡੀਆ ਦੇ ਵਿੱਚ ਉਹਦਾ ਜਿਹੜਾ ਪਰਸਪੈਕਟਿਵ ਜਿਹੜਾ ਉਹਦਾ ਦਿਖਾਇਆ ਜਾਂਦਾ, ਉਹ ਤੁਹਾਨੂੰ ਵੀ ਪਤਾ ਹੈ ਕਿ ਉਹ ਇੱਕ ਸਟੇਟ ਦੇ ਨਜ਼ਰੀਏ ਤੋਂ ਜਾਂ ਇੱਕ ਸਰਕਾਰ ਦੇ ਨਜ਼ਰੀਏ ਤੋਂ ਦਿਖਾਇਆ ਜਾਂਦਾ। ਪਰ ਅਸਲ ਦੇ ਵਿੱਚ ਕੀ ਹੈ ਯੂਨੀਵਰਸਿਟੀ?
ਅਸਲ ਦੇ ਵਿੱਚ ਉੱਥੇ ਹੁੰਦਾ ਕੀ ਹੈ। ਉਹ ਸਾਰਾ ਕੁਛ ਉੱਥੋਂ ਬਾਰੇ ਲਿਖਿਆ ਹੈ। ਇੱਕ ਉੱਥੋਂ ਦੇ ਹੀ ਸਾਬਕਾ ਸਟੂਡੈਂਟ ਨੇ ਜਿਨ੍ਹਾਂ ਨੇ ਉੱਥੋਂ ਐਮਫਿਲ ਤੱਕ ਦੀ ਪੜ੍ਹਾਈ ਕੀਤੀ ਹੈ ਤੇ ਅੱਜ ਕੱਲ੍ਹ ਉਹ ਅਮਰੀਕਾ ਦੇ ਵਿੱਚ ਰਹਿੰਦੇ ਨੇ। BBC ਦੇ ਵਿੱਚ ਉਹ ਵੱਡੇ ਪੱਧਰ ਦੇ ਉੱਪਰ ਕੰਮ ਕਰ ਚੁੱਕੇ ਨੇ, ਜਰਨਲਿਸਟ ਸੀ ਇੰਡੀਆ ਦੇ ਵਿੱਚ, ਬਾਅਦ 'ਚ ਉਹ ਅਮਰੀਕਾ ਚਲੇ ਗਏ। ਨਾਂ ਹੈਗਾ ਉਹਨਾਂ ਦਾ ਜੇ ਸੁਸ਼ੀਲ, ਤੇ ਉਹਨਾਂ ਨੇ ਇਹ ਕਿਤਾਬ ਲਿਖੀ ਹੈ ਜਿਹਦਾ ਨਾਂ ਹੈਗਾ JNU ਦੀ ਗਾਥਾ। ਛੋਟੇ ਸਾਈਜ਼ ਦੀ ਕਿਤਾਬ ਹੈ, ਜ਼ਿਆਦਾ ਵੱਡੀ ਨਹੀਂ ਹੈਗੀ, 150 ਪੇਜਾਂ ਦੀ ਕਿਤਾਬ ਹੈ ਤੇ ਇਹਦੇ 'ਚ ਇਹ ਬੜੀ ਇੰਟਰਸਟਿੰਗ ਕਿਤਾਬ ਹੈ। ਇਹਨੂੰ ਤੁਸੀਂ ਇੱਕ ਸਿਟਿੰਗ ਦੇ ਵਿੱਚ ਖਤਮ ਕਰ ਸਕਦੇ ਹੋ। ਮਤਲਬ ਇੰਨੇ ਇਹਦੇ 'ਚ ਕਿੱਸੇ ਨੇ ਉੱਥੋਂ ਦੇ, ਤੇ ਉਹ ਕਿੱਸਿਆਂ ਦੇ ਵਿੱਚ ਹੀ ਤੁਹਾਨੂੰ ਅਸਲ 'ਚ ਸਮਝ ਆ ਜਾਂਦਾ ਕਿ JNU ਹੈ ਕੀ ਅਸਲ 'ਚ, ਉਹਦਾ ਕਲਚਰ ਕੀ ਹੈ, ਉੱਥੇ ਪੜ੍ਹਾਈ ਕਿੱਦਾਂ ਹੁੰਦੀ ਹੈ, ਉੱਥੋਂ ਦੇ ਪ੍ਰੋਫੈਸਰਸ ਕਿੱਦਾਂ ਦੇ ਨੇ, ਉੱਥੇ ਸਟੂਡੈਂਟ ਕਿੱਦਾਂ ਦੇ ਨੇ। ਕਿਉਂਕਿ JNU ਦੇ ਵਿੱਚ ਵੱਖ-ਵੱਖ ਸੂਬਿਆਂ ਤੋਂ ਬੱਚੇ ਪੜ੍ਹਨ ਆਉਂਦੇ ਨੇ ਤੇ ਉਹ ਬੱਚਿਆਂ ਦਾ ਉੱਥੇ ਇੱਕ ਤਰੀਕੇ ਦਾ ਇਹ ਮੰਨ ਲਓ ਕਿ ਕਲਚਰਸ ਦਾ ਆਪਸ ਦੇ ਵਿੱਚ ਸੁਮੇਲ ਹੁੰਦਾ ਹੈ। ਕੋਈ ਬੱਚਾ ਪੰਜਾਬ ਤੋਂ ਗਿਆ, ਕੋਈ ਝਾਰਖੰਡ ਤੋਂ ਗਿਆ, ਕੋਈ ਛੱਤੀਸਗੜ੍ਹ ਤੋਂ ਆਇਆ, ਤੇ ਉੱਥੇ ਜਾ ਕੇ ਬੱਚਿਆਂ ਦਾ ਆਪਸ ਦੇ ਵਿੱਚ ਕਿੱਦਾਂ ਦਾ ਕੰਬੀਨੇਸ਼ਨ ਹੁੰਦਾ, ਕਿੱਦਾਂ ਪੜ੍ਹਾਈ ਹੁੰਦੀ ਹੈ, ਜਾਂ ਉਹ ਯੂਨੀਵਰਸਿਟੀ ਦੂਜੀਆਂ ਯੂਨੀਵਰਸਿਟੀਜ਼ ਤੋਂ ਵੱਖਰੀ ਕਿਉਂ ਹੈ। ਇਹ ਸਾਰਾ ਤੁਹਾਨੂੰ ਕਿਤਾਬ ਪੜ੍ਹ ਕੇ ਸਮਝ ਆ ਜਾਊਗਾ ਤੇ ਬੜੀ ਇੰਟਰਸਟਿੰਗ ਕਿਤਾਬ ਹੈ, ਇਹ ਪੜ੍ਹੀ ਜਾ ਸਕਦੀ ਹੈ। ਇਹ 9 ਕਿਤਾਬਾਂ ਹੁਣ ਤੱਕ ਹੋ ਚੁੱਕੀਆਂ। 10ਵੀਂ ਕਿਤਾਬ ਬਾਈ ਜੀ ਆਈ ਸੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਆਈ ਸੀ, 2022 ਦੇ ਵਿੱਚ, ਆਮ ਆਦਮੀ ਦੇ ਨਾਮ ਉੱਤੇ। ਇਹ ਲਿਖੀ ਗਈ ਹੈ, ਸੀਨੀਅਰ ਜਰਨਲਿਸਟ ਨੇ ਅਭਿਸ਼ੇਕ ਸ਼੍ਰੀਵਾਸਤਵ, ਉਹਨਾਂ ਨੇ ਲਿਖੀ ਸੀ ਇਹ ਉਹਨਾਂ ਨੇ 4 ਤੋਂ 5 ਸਾਲ ਦਾ ਮੈਨੂੰ ਲੱਗਦਾ ਸ਼ਾਇਦ ਵੱਧ ਹੀ ਸਮਾਂ ਉਹਨਾਂ ਨੂੰ ਲੱਗ ਗਿਆ ਹੋਊਗਾ। ਉਹਨਾਂ ਨੇ ਗਰਾਊਂਡ ਵਰਕ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਨੂੰ ਐਕਸਪੋਜ਼ ਕੀਤਾ ਕਹਿ ਲਓ, ਜਾਂ ਉਹਨੂੰ ਐਕਸਪਲੇਨ ਕੀਤਾ। ਕਈ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਐਕਸਪੋਜ਼ ਵੀ ਕੀਤਾ ਤੇ ਕਈ ਉਹਨਾਂ ਦੀ ਪੋਲਿਟਿਕਸ ਦੇ ਪਹਿਲੂਆਂ ਨੂੰ ਐਕਸਪਲੇਨ ਵੀ ਕੀਤਾ। ਤੇ ਇਹ ਬੜੀ ਜ਼ਬਰਦਸਤ ਕਿਤਾਬ ਹੈ, ਬਹੁਤ ਜ਼ਿਆਦਾ। ਇਹ ਵਾਕਈ ਇਸ ਸਾਲ ਦੇ ਵਿੱਚ ਇਹ ਕਿਤਾਬ ਬਹੁਤ ਵਿਕੀ ਹੈ। ਇਹਦੇ ਬਾਰੇ ਵੀ ਮਤਲਬ ਮੈਨੂੰ ਬੜੇ ਚੰਗੇ ਫੋਨ ਆਏ, ਲੋਕਾਂ ਦੇ ਬੜੀਆਂ ਚੰਗੀਆਂ ਟਿੱਪਣੀਆਂ ਮਿਲੀਆਂ ਨੇ। ਇਹ ਬਹੁਤ ਸੋਹਣਾ ਕੰਮ ਕੀਤਾ ਗਿਆ ਇਹ, ਮਤਲਬ ਈਵਨ ਜਿਹੜੇ ਇਸ ਪਾਰਟੀ ਦੇ ਨਾਲ ਜੁੜੇ ਵੀ ਹੋਏ ਨੇ ਉਹਨਾਂ ਨੂੰ ਵੀ ਇਹ ਕਿਤਾਬ ਪਸੰਦ ਆਈ, ਇਹ ਕਿਤਾਬ ਮਤਲਬ ਆਲੋਚਨਾ ਦੇ ਪੱਖ ਤੋਂ। ਇਹ ਜਿਹੜੀ ਓਰੀਜਨਲ ਜੀ ਕਿਤਾਬ ਸੀਗੀ ਉਹ ਹਿੰਦੀ ਦੇ ਵਿੱਚ ਹੀ ਜਾਂ ਇੰਗਲਿਸ਼ ਦੇ ਵਿੱਚ ਲਿਖੀ ਗਈ ਸੀ? ਜੀ ਇਹ ਬਾਈ ਜੀ ਅਸਲ ਦੇ ਵਿੱਚ ਸ਼ੁਰੂ ਦੇ ਵਿੱਚ ਜਿਹੜੀ ਲੇਖਕ ਦੁਆਰਾ ਲਿਖੀ ਗਈ ਸੀ ਇਹ ਹਿੰਦੀ ਦੇ ਵਿੱਚ ਲਿਖੀ ਗਈ ਸੀ ਤੇ ਨਾਲ ਹੀ ਉਹਨਾਂ ਨੇ ਇਹਨੂੰ ਇੰਗਲਿਸ਼ ਦੇ ਵਿੱਚ ਵੀ ਟਰਾਂਸਲੇਟ ਕੀਤਾ ਸੀ। ਬਟ ਅਨਫੋਰਚੂਨੇਟਲੀ ਇਹ ਹਿੰਦੀ ਦੇ ਵਿੱਚ ਵੀ ਨਹੀਂ ਰਿਲੀਜ਼ ਹੋ ਸਕੀ ਤੇ ਇੰਗਲਿਸ਼ 'ਚ ਵੀ ਨਹੀਂ ਹੋ ਸਕੀ। ਉਹਦਾ ਕਾਰਨ ਇਹ ਸੀ ਕਿ ਇੱਕ ਤਾਂ ਪਬਲਿਸ਼ਰਸ ਦੇ ਉੱਪਰ ਪੋਲੀਟੀਕਲ ਪ੍ਰੈਸ਼ਰ ਸੀਗਾ। ਉਹ ਕਿਵੇਂ ਸੀ, ਕਿਉਂ ਸੀ, ਮੈਂ ਉਹਦੀ ਡੂੰਘਾਈ 'ਚ ਨਹੀਂ ਜਾਣਾ ਚਾਹੁੰਦਾ ਹੈਗਾ। ਤੁਹਾਨੂੰ ਵੀ ਪਤਾ ਕਿ ਸਿਆਸਤ ਕਿੱਦਾਂ ਕੰਮ ਕਰਦੀ ਹੈ। ਜਦੋਂ ਇਸ ਕਿਤਾਬ ਨੇ ਰਿਲੀਜ਼ ਹੋਣਾ ਸੀ, ਬਿਲਕੁਲ ਐਨ ਮੌਕੇ ਤੇ ਇਸ ਕਿਤਾਬ ਨੂੰ ਰੋਕਿਆ ਗਿਆ। ਨਾ ਇਹਨੂੰ ਹਿੰਦੀ 'ਚ ਰਿਲੀਜ਼ ਹੋਣ ਦਿੱਤਾ ਗਿਆ, ਨਾ ਇਹਨੂੰ ਇੰਗਲਿਸ਼ 'ਚ ਰਿਲੀਜ਼ ਹੋਣ ਦਿੱਤਾ ਗਿਆ। ਇਹ ਡੱਬਾ ਬੰਦ ਰਹੀ ਹੈ ਕਿਤਾਬ ਘੱਟੋ ਘੱਟ 2 ਤੋਂ 3 ਸਾਲ। ਅਚਾਨਕ ਹੀ ਇੱਕ ਦਿਨ ਇਹਦਾ ਫੇਸਬੁੱਕ ਦੇ ਉੱਪਰ ਜ਼ਿਕਰ ਹੋਇਆ ਲੇਖਕ ਦੁਆਰਾ ਕਿ ਮੇਰੀ ਏਦਾਂ ਦੀ ਕਿਤਾਬ ਵੀ ਹੈ ਜਿਹਨੂੰ ਸਰਕਾਰ ਨੇ ਛਪਣ ਤੱਕ ਵੀ ਨਹੀਂ ਦਿੱਤਾ। ਤੇ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਇਸ ਕੰਮ ਨੂੰ ਕਰਨ ਲਈ ਤਿਆਰ ਹਾਂ ਜੇ ਤੁਸੀਂ ਸਾਨੂੰ ਦੇ ਸਕੋ। ਤਾਂ ਇਹ ਮਤਲਬ ਤੁਹਾਡੇ ਨੂੰ ਥੋੜੀ ਹੈਰਾਨੀ ਲੱਗੂਗੀ ਕਿ ਕਿਤਾਬ ਹਿੰਦੀ ਦੇ ਵਿੱਚ ਬਾਅਦ 'ਚ ਛਪੀ ਹੈ। ਇਹ ਕਿਤਾਬ ਪਹਿਲਾਂ ਪੰਜਾਬੀ 'ਚ ਆਈ ਹੈ। ਸੋ ਮਤਲਬ ਜੋ ਕਿਤਾਬ ਮੂਲ ਰੂਪ 'ਚ ਜੀ। ਹਾਂਜੀ, ਸੋ ਜਿਹੜੀ ਇਹ ਕਿਤਾਬ ਹੈਗੀ ਇਹ ਪੰਜਾਬੀ ਤੇ ਜੀ ਹਿੰਦੀ ਭਾਸ਼ਾ ਦੇ ਵਿੱਚ ਦੋਨਾਂ 'ਚ ਉਪਲਬਧ ਹੈ। ਸੋ ਪਹਿਲੀ ਜਿਹੜੀ ਇਹ ਰਿਲੀਜ਼ ਹੋਈ ਸੀਗੀ, ਜੀ ਜਿਹਦੀ ਪਹਿਲੀ ਰਿਲੀਜ਼ ਸੀ ਉਹ ਪੰਜਾਬੀ 'ਚ ਹੀ ਹੋਈ ਸੀਗੀ, ਹਾਲਾਂਕਿ ਲਿਖੀ ਜੀ ਮਤਲਬ ਇਹ ਬਿਲਕੁਲ, ਹਿੰਦੀ ਦੇ ਵਿੱਚ ਗਈ ਸੀਗੀ, ਹੈ ਨਾ? ਜੀ ਜੀ ਬਿਲਕੁਲ ਬਿਲਕੁਲ। ਇਹ ਹਿੰਦੀ 'ਚ ਬਾਅਦ 'ਚ ਰਿਲੀਜ਼ ਹੋਈ ਹੈ। ਠੀਕ ਹੈ ਜੀ। ਤੇ ਇਹ ਹੋ ਗਈਆਂ ਜੀ 10 ਕਿਤਾਬਾਂ। ਤੇ 11ਵੀਂ ਕਿਤਾਬ ਜਿਹੜੀ ਆਈ ਸੀ ਉਹ ਹੈਗੀ ਹੈ ਸੁਤੰਤਰਤਾ ਅੰਦੋਲਨ ਅਤੇ RSS। ਇਹ ਲਿਖੀ ਹੋਈ ਹੈ ਇੰਡੀਆ ਦੇ ਫੇਮਸ ਹਿਸਟੋਰੀਅਨ ਨੇ ਸ਼ਮਸੁਲ ਇਸਲਾਮ, ਜਿਨ੍ਹਾਂ ਦਾ ਹਿਸਟਰੀ ਦੇ ਉੱਪਰ ਹੀ ਕੰਮ ਹੈ। ਮਤਲਬ ਜਿਹੜੇ ਹਿਸਟਰੀ ਪੜ੍ਹਦੇ ਨੇ ਜਿਹੜੇ ਲੋਕ, ਉਹਨਾਂ ਨੂੰ ਤਾਂ ਉਹ ਚੰਗੀ ਤਰ੍ਹਾਂ ਵਾਕਿਫ ਨੇ ਉਹਨਾਂ ਦੇ ਨਾਂ ਤੋਂ। ਇਹ ਉਹਨਾਂ ਦੀ ਕਿਤਾਬ ਹੈ। 2014 ਤੋਂ ਬਾਅਦ ਖਾਸ ਕਰਕੇ ਇੱਕ ਦੇਸ਼ ਦੇ ਵਿੱਚ ਇੱਕ ਵੱਖਰਾ ਇੱਕ ਸਵਾਲ ਉੱਠਿਆ ਕਿ ਦੇਸ਼ ਦਾ ਜਿਹੜਾ ਇੰਡੀਪੈਂਡੈਂਸ ਦਾ ਸਟਰਗਲ ਰਿਹਾ ਆਜ਼ਾਦੀ ਦਾ, ਉਹਦੇ 'ਚ RSS ਦਾ ਕੀ ਯੋਗਦਾਨ ਹੈ। ਤੇ ਇਹਦੇ ਉੱਪਰ ਕਾਫੀ ਡਿਬੇਟ ਚੱਲਦੀ ਰਹਿੰਦੀ ਹੈ। ਨੈਸ਼ਨਲ ਮੀਡੀਆ ਦੇ ਵਿੱਚ ਵੀ ਲੋਕ ਵੀ ਇੱਕ ਦੂਜੇ ਨਾਲ ਬੜੀ ਤਿੱਖੀ ਡਿਬੇਟ 'ਚ ਕਈ ਵਾਰ ਫਸ ਜਾਂਦੇ ਨੇ ਤੇ ਉਹਨੂੰ ਹੱਲ ਕਰਦੀ ਹੋਈ ਇਹ ਕਿਤਾਬ ਹੈ। ਇਸ ਕਿਤਾਬ ਦੀ ਖਾਸੀਅਤ ਇਹ ਹੈ ਕਿ ਇਹ ਕਿਤਾਬ RSS ਦੇ ਮੂਲ ਸੋਰਸਸ ਨੂੰ ਉਠਾ ਕੇ ਫਿਰ ਲਿਖੀ ਗਈ ਹੈ। ਮਤਲਬ ਜਿਹੜੇ ਇਸ ਕਿਤਾਬ ਦੇ ਰੈਫਰੈਂਸਸ ਲੈਤੇ ਗਏ ਨੇ, ਹਵਾਲੇ ਲਏ ਗਏ ਨੇ, ਉਹ RSS ਦੀਆਂ ਕਿਤਾਬਾਂ 'ਚ ਹੀ ਲਏ ਗਏ ਨੇ। ਠੀਕ ਹੈ, ਉਹ ਅਸਲ ਦੇ ਵਿੱਚ ਸੋਚਦੇ ਕੀ ਨੇ। ਠੀਕ, ਤੇ ਇਸ ਤੋਂ ਇਲਾਵਾ ਕਿ ਉਸ ਵਕਤ ਇਹਨਾਂ ਦਾ ਕੀ ਯੋਗਦਾਨ ਰਿਹਾ, ਕਿੱਥੇ ਕਿੱਥੇ ਇਹਨਾਂ ਨੇ ਗਲਤੀ ਕੀਤੀ, ਕੀ ਕੀ ਇਹਨਾਂ ਦਾ ਉਸ ਵਕਤ ਦਾ ਰੋਲ ਸੀਗਾ, ਇਹਦੇ ਉੱਪਰ ਹੈਗੀ ਹੈ। ਬੇਸਿਕਲੀ ਜ਼ਿਆਦਾ ਵੱਡੀ ਕਿਤਾਬ ਨਹੀਂ ਹੈਗੀ, 70 ਤੋਂ 80 ਕੁ ਪੇਜ ਸ਼ਾਇਦ ਇਹਦੇ ਇਸ ਕਿਤਾਬ ਦੇ ਹੈਗੇ ਨੇ। ਤੇ ਜੇ ਤੁਸੀਂ ਹਿਸਟਰੀ ਪਸੰਦ ਕਰਦੇ ਹੋ ਜਾਂ ਇਸ ਮੁੱਦੇ ਨੂੰ ਬਰੀਕੀ ਨਾਲ ਥੋੜਾ ਜਿਹਾ ਸਮਝਣਾ ਚਾਹੁੰਦੇ ਹੋ ਕਿ RSS ਦਾ ਕਿੱਦਾਂ ਮਤਲਬ ਇਸ ਪੂਰੀ ਮੂਵਮੈਂਟ ਦੇ ਦੌਰਾਨ ਕੀ ਉਹਨਾਂ ਦਾ ਰੋਲ ਰਿਹਾ, ਤਾਂ ਇਹ ਕਿਤਾਬ ਪੜ੍ਹੀ ਜਾ ਸਕਦੀ ਹੈ। ਤੇ ਇਸ ਤੋਂ ਇਲਾਵਾ 3 ਕਿਤਾਬਾਂ ਹੋਰ ਨੇ ਜਿਹੜੀਆਂ ਸ਼ਾਇਦ 1 ਜਾਂ 2 ਦਿਨਾਂ ਤੱਕ ਉਹ ਆ ਰਹੀਆਂ ਨੇ, ਲਗਭਗ ਤਿਆਰ ਨੇ, ਛਪ ਚੁੱਕੀਆਂ ਨੇ। ਉਹਦੇ ਵਿੱਚ ਹੈਗੀਆਂ ਨੇ, ਇੱਕ ਹੈਗੀ ਰਾਸ਼ਟਰੀ ਸਿੱਖ ਸੰਗਤ
ਧਿਰਿੰਦਰ ਕੇ ਝਾ ਦੀ, ਬੜੇ ਵੱਡੇ ਪੱਤਰਕਾਰ ਨੇ ਇੰਡੀਆ ਦੇ, ਪਹਿਲਾਂ ਬਾਬਰੀ ਮਸਜਿਦ ਦੇ ਮਸਲੇ ਦੇ ਉੱਪਰ ਵੀ ਲਿਖ ਚੁੱਕੇ ਨੇ। ਇਹ ਰਾਸ਼ਟਰੀ ਸਿੱਖ ਸੰਗਤ ਅਸਲ ਦੇ ਵਿੱਚ RSS ਦੀ ਇੱਕ ਬ੍ਰਾਂਚ ਹੈ, ਜਿਹੜੀ ਸਿੱਖਾਂ ਦਾ ਇੱਕ ਪਲੇਟਫਾਰਮ ਹੈ, ਉਹਨੂੰ ਕਹਿ ਲਓ ਤੁਸੀਂ, ਕਿ ਸਿੱਖਾਂ ਦੀ ਇੱਕ ਬ੍ਰਾਂਚ ਬਣਾਈ ਹੋਈ RSS ਦੇ ਵਿੱਚ। ਉਹਦਾ ਨਾਂ ਰੱਖਿਆ ਹੋਇਆ ਰਾਸ਼ਟਰੀ ਸਿੱਖ ਸੰਗਤ। ਪਰ ਅਸਲ ਦੇ ਵਿੱਚ ਉਹ ਸਿੱਖਾਂ ਨਾਲ ਕੀ ਕਰ ਰਹੀ ਹੈ ਤੇ RSS ਸਿੱਖਾਂ ਬਾਰੇ ਕੀ ਸੋਚਦੀ ਹੈ, ਉਹ ਕਿਤਾਬ ਪੜ੍ਹ ਕੇ ਪਤਾ ਕਰ ਸਕਦੇ ਹੋ ਤੁਸੀਂ। ਛੋਟਾ ਜਿਹਾ ਆਰਟੀਕਲ ਹੈ ਉਹ ਵੀ। ਤੇ ਇਹ ਤੋਂ ਇਲਾਵਾ ਇੱਕ ਨੋਵਲ ਆ ਰਿਹਾ ਹੈ, ਬੜਾ ਸੋਹਣਾ ਨੋਵਲ ਹੈ, ਪਟਨਾ ਬਲੂਜ਼, ਅਬਦੁੱਲਾ ਖਾਨ ਦਾ, ਮੁੰਬਈ 'ਚ ਰਹਿੰਦੇ ਨੇ, ਫਿਲਮ ਸਕ੍ਰਿਪਟ ਰਾਈਟਰ ਹੈਗੇ ਨੇ ਇਹ। ਤੇ ਇਹਨਾਂ ਦੀ ਜਿਹੜੀ, ਥੋੜਾ ਜਿਹਾ ਮੈਂ ਇਹ ਵੀ ਥੋੜਾ ਦੱਸ ਦੇਣਾ ਚਾਹੁੰਦਾ, ਹਾਲੇ ਤੱਕ ਲੋਕਾਂ ਨੂੰ ਪਤਾ ਨਹੀਂ ਹੈਗਾ ਇਹਦੇ ਬਾਰੇ, ਕਿ ਪਟਨਾ ਬਲੂਜ਼ ਦੇ ਉੱਪਰ ਵੈਬ ਸੀਰੀਜ਼ ਬਣਨ ਜਾ ਰਹੀ ਹੈ ਤੇ ਇਹਨੂੰ ਸ਼ਾਇਦ ਤਿਗਮਾਂਸ਼ੂ ਧੂਲੀਆ ਹੋਰੀ ਇਹਨੂੰ ਡਾਇਰੈਕਟ ਕਰਨਗੇ। ਇਹਦੀ ਕਾਫੀ ਵੱਡੀ ਡੀਲ ਹੋਈ ਹੈ ਲੇਖਕ ਦੇ ਨਾਲ, ਤੇ ਇੰਨਾ ਕੁ ਸੋਹਣਾ ਨੋਵਲ ਹੈ ਇਹ ਕਿ ਇਹਦੇ ਉੱਪਰ ਵੈਬ ਸੀਰੀਜ਼ ਬਣੂਗੀ ਬੜੀ ਜਲਦੀ, ਪੰਜਾਬੀ ਦੇ ਵਿੱਚ ਅਨੁਵਾਦ ਹੋ ਕੇ ਆ ਰਹੀ ਹੈ। ਤੇ ਇਹਦਾ ਇੱਕ ਪੱਖ ਸੋਹਣਾ ਇਹ ਹੈ ਇਸ ਕਿਤਾਬ ਦਾ, ਕਿ ਇਹ ਨੋਵਲ 2018-19 ਦੇ ਵਿੱਚ ਲਗਭਗ ਇਹ ਆਇਆ ਸੀ ਉਹਨਾਂ ਸਮਿਆਂ ਦੇ ਵਿੱਚ, ਤੇ ਹੁਣ ਤੱਕ ਇਹ 13 ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਚੁੱਕਿਆ ਹੈ। ਇੰਨੇ ਥੋੜੇ ਸਮੇਂ ਦੇ ਵਿੱਚ ਕੋਈ ਨਾਵਲ ਅਨੁਵਾਦ ਹੋ ਜਾਣਾ ਬਹੁਤ ਵੱਡੀ ਗੱਲ ਹੈ। ਸੋ ਪੰਜਾਬੀ ਤੇ ਭਾਸ਼ਾ ਪੰਜਾਬੀ ਦੇ ਵਿੱਚ ਸ਼ਾਇਦ ਪੰਜਾਬੀ ਦੇ ਵਿੱਚ ਹਾਂਜੀ, ਜੀ ਭਾਸ਼ਾ ਦੇ ਵਿੱਚ ਇਹ ਜਿਹੜਾ ਤੁਸੀਂ ਅਨੁਵਾਦ ਕੀਤਾ, ਇਹ ਕਿਤਾਬ ਆਉਣ ਵਾਲੀਆਂ ਕਿਤਾਬਾਂ ਦੇ ਵਿੱਚ ਹੈਗੀ ਹੈ ਨਾ ਤੁਹਾਡੀ? ਜੀ ਬਸ ਜਸਟ 1 ਜਾਂ 2 ਦਿਨਾਂ ਤੱਕ ਬਸ ਇਹ ਤਿਆਰ ਹੀ ਨੇ। ਇਤਫਾਕ ਨਾਲ ਆਪਾਂ ਅੱਜ ਗੱਲ ਕਰ ਰਹੇ ਹਾਂ ਤੇ ਹੋ ਸਕਦਾ ਕੱਲ ਨੂੰ ਹੀ ਆ ਜਾਣ ਇਹ। ਠੀਕ ਹੈ, ਤੇ ਠੀਕ। ਇਸ ਤੋਂ ਬਾਅਦ ਜਿਹੜੀ ਇੱਕ ਕਿਤਾਬ ਇਹਨਾਂ ਦੇ ਨਾਲ ਹੋਰ ਆ ਰਹੀ ਹੈ, ਉਹ ਹੈਗੀ, ਉਹ ਬੜੀ ਕਾਫੀ ਇੰਪੋਰਟੈਂਟ ਕਿਤਾਬ ਹੈ ਉਹਨੂੰ ਮੈਂ ਬਹੁਤ ਮਹੱਤਵਪੂਰਨ ਕਿਤਾਬਾਂ ਚੋਂ ਗਿਣਦਾ। ਉਹ ਹੈਗੀ ਹੈ ਲਾਲ ਚੌਕ। ਇਹ ਰੋਹਿਨ ਕੁਮਾਰ ਨੇ ਲਿਖੀ ਹੈ, ਕਸ਼ਮੀਰ ਦੇ ਉੱਪਰ। ਕਸ਼ਮੀਰ ਦਾ ਮਸਲਾ ਅਸਲ 'ਚ ਹੈ ਕੀ, ਠੀਕ ਹੈ ਜੀ। ਕਸ਼ਮੀਰ ਦੇ ਵਿੱਚ ਆਰਮੀ ਦਾ ਪੱਖ ਕੀ ਹੈ, ਉੱਥੋਂ ਦੇ ਲੋਕਾਂ ਦਾ ਪੱਖ ਕੀ ਹੈ। ਇਹ ਘੱਟੋ ਘੱਟ 6 ਤੋਂ 7 ਮਹੀਨੇ ਉੱਥੇ ਲੇਖਕ ਰਹੇ ਨੇ, ਰਹਿ ਕੇ ਗਰਾਊਂਡ ਵਰਕ ਕਰਦੇ ਹੋਏ ਉਹਨਾਂ ਨੇ ਕਿਤਾਬ ਤਿਆਰ ਕੀਤੀ ਹੈ। 250 ਪੇਜਾਂ ਦੀ ਕਿਤਾਬ ਹੈਗੀ ਹੈ, ਇਹ ਵੀ ਇਹਨਾਂ ਦੇ ਨਾਲ ਹੀ ਆਊਗੀ। ਕਸ਼ਮੀਰ ਨੂੰ ਜੇ ਤੁਸੀਂ ਨੇੜਿਓਂ ਜਾਣਨਾ ਚਾਹੁੰਦੇ ਹੋ ਅਸਲ 'ਚ, ਤੇ ਉੱਥੋਂ ਦੀ ਸਮੱਸਿਆ ਨੂੰ ਸਮਝਣਾ ਚਾਹੁੰਦੇ ਹੋ, ਤਾਂ ਇਹ ਕਿਤਾਬ ਮਦਦਗਾਰ ਹੋਊਗੀ ਤੁਹਾਡੇ ਵਾਸਤੇ। ਤੇ ਇਹ ਬਾਈ ਜੀ ਇੱਥੇ ਤੱਕ ਬਣਦੀਆਂ ਨੇ 14 ਕਿਤਾਬਾਂ, ਜਿਹੜੀਆਂ ਬਸ ਆ ਚੁੱਕੀਆਂ ਨੇ ਮਾਰਕੀਟ ਦੇ ਵਿੱਚ। 3 ਕੱਲ੍ਹ ਨੂੰ ਆ ਜਾਣਗੀਆਂ ਜਾਂ ਪਰਸੋਂ ਨੂੰ। 11 ਉੱਪਰ ਪਹਿਲਾਂ ਮੈਂ ਦੱਸੀਆਂ ਹੀ ਨੇ। ਇਹ ਤੋਂ ਹਾਂਜੀ, ਇਲਾਵਾ ਕਾਫੀ ਕੰਮ ਅੱਗੇ ਆਉਣਾ, ਉਹ ਆਪਾਂ ਬਾਅਦ 'ਚ ਦੱਸ ਦਾਂਗਾ ਮੈਂ ਤੁਹਾਨੂੰ। ਬਿਲਕੁਲ। ਅੱਛਾ, ਇਹ ਤੁਹਾਡੀਆਂ ਕਿਤਾਬਾਂ ਹੋ ਗਈਆਂ, ਜਾਂ ਤੁਹਾਡਾ ਜਿੰਨਾ ਵੀ ਜਿਹੜਾ ਤੁਸੀਂ ਅਨੁਵਾਦ ਹੁਣ ਤੱਕ ਕੀਤਾ ਹੈ ਉਹ ਹੋ ਗਿਆ। ਸੋ ਜੀ ਕਈ ਜਿਹੜੇ ਨਵੇਂ, ਜਿਸ ਤਰ੍ਹਾਂ ਤੁਸੀਂ ਅਨੁਵਾਦ ਦੇ ਵਿੱਚ ਹੋਰ ਵੀ ਬਹੁਤ ਸਾਰੇ ਹੋਣਗੇ ਪੰਜਾਬੀ, ਜਿਹੜੇ ਪੰਜਾਬ ਦੇ ਸੂਬੇ ਤੋਂ ਅਨੁਵਾਦ ਕਰਦੇ ਹੋਣਗੇ ਲੇਖਕ। ਸੋ ਜੇ ਜੀ ਕੋਈ ਵੀ ਨਵਾਂ ਕੋਈ ਮੁੰਡਾ ਇਸ ਖੇਤਰ ਦੇ ਵਿੱਚ ਆਉਣਾ ਚਾਹੇ, ਤੇ ਜੀ ਉਹਦੇ ਲਈ ਕੁਝ ਗੱਲਾਂ ਮੈਂ ਕਰਨੀਆਂ ਚਾਹੂੰਗਾ। ਜਿਹੜੀ ਬੁੱਕ ਟਰਾਂਸਲੇਸ਼ਨ ਦੀ ਅਨੁਵਾਦ ਕਰਨ ਦੀ ਜਿਹੜੀ ਇੱਕ ਪ੍ਰੋਸੈਸ ਹੈਗੀ ਹੈ, ਸੋ ਉਹ ਜੀ ਕਿਸ ਤਰ੍ਹਾਂ ਦੀ ਪ੍ਰੋਸੈਸ ਹੈਗੀ ਆ, ਉਹ ਕਿੰਨੀ ਕੁ ਔਖੀ ਹੈ, ਜਾਂ ਕਿਸ ਤਰ੍ਹਾਂ ਤੁਸੀਂ ਜਿਹੜਾ ਕੰਟੈਕਟ ਹੈਗਾ, ਤੁਸੀਂ ਜਿਸ ਤਰ੍ਹਾਂ ਚਾਹੇ ਉਹ ਅਬਰੋਡ ਦੇ ਰਾਈਟਰ ਹੋ ਗਏ, ਬਾਹਰਲੇ ਰਾਈਟਰ ਹੋ ਗਏ, ਜਾਂ ਪਬਲਿਸ਼ਰ ਜੀ ਹੋ ਗਏ ਬਾਹਰਲੇ, ਤੇ ਜੀ ਜਾਂ ਭਾਵੇਂ ਉਹ ਇੰਡੀਆ ਦੇ ਪਬਲਿਸ਼ਰ ਜਾਂ ਰਾਈਟਰ ਹੋ ਗਏ। ਸੋ ਕਿੰਨਾ ਜੀ ਨਾਲ ਕਾਂਟੈਕਟ ਪਹਿਲਾਂ ਕੀਤਾ ਜਾਂਦਾ ਹੈ, ਜਾਂ ਤੁਸੀਂ ਕਾਂਟੈਕਟ ਕਰਦੇ ਹੋ, ਜਾਂ ਪਬਲਿਸ਼ਰ ਕਰਦੇ ਨੇਗੇ, ਜਾਂ ਕਿਤਾਬਾਂ ਤੁਸੀਂ ਚੂਜ਼ ਕਰਦੇ ਹੋ ਕਿ ਮੈਂ ਇਸ ਨੂੰ ਕਰਨਾ ਹੈਗਾ ਅਨੁਵਾਦ ਇਸ ਕਿਤਾਬ ਦਾ, ਜਾਂ ਫਿਰ ਪਬਲਿਸ਼ਰ ਜਾਂ ਰਾਈਟਰ ਤੁਹਾਡੇ ਨਾਲ ਕਾਂਟੈਕਟ ਕਰਦੇ ਨੇ? ਸੋ ਕਿਸ ਤਰ੍ਹਾਂ ਦੀ ਪ੍ਰੋਸੈਸ ਹੈਗੀ ਆ, ਜਾਂ ਕਿਸ ਤਰ੍ਹਾਂ ਦਾ ਇਹ ਸਾਰਾ ਜਿਹੜਾ ਹੈਗਾ ਢਾਂਚਾ ਉਹ ਬਣਦਾ ਹੈ ਇੱਕ ਕਿਤਾਬ ਟਰਾਂਸਲੇਟ ਕਰਨ ਦਾ? ਬਾਈ ਜੀ, ਮੈਂ ਤੁਹਾਡੇ ਜੇ ਸਵਾਲ ਦਾ ਪਹਿਲਾਂ ਜਵਾਬ ਦੇ ਦਿੰਦਾ ਕਿ ਕਿਤਾਬ ਦੀ ਚੋਣ ਕੀਤੀ ਕਿਵੇਂ ਜਾਂਦੀ ਹੈ। ਅਸਲ ਦੇ ਵਿੱਚ ਹੁਣ ਸੋਸ਼ਲ ਮੀਡੀਆ ਦਾ ਦੌਰ ਹੈਗਾ, ਇਹਦੇ ਦਾ ਥੋੜਾ ਫਾਇਦਾ ਇਹ ਵੀ ਹੋਇਆ ਇਹਦਾ, ਕਿ ਤੁਸੀਂ ਜਦੋਂ ਇੱਥੇ ਵਿਚਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਲੋਕ ਕੀ ਪੜ੍ਹਨਾ ਚਾਹੁੰਦੇ ਨੇ, ਲੋਕ ਕਿੰਨਾਂ ਚੀਜ਼ਾਂ ਨੂੰ ਪਸੰਦ ਕਰ ਰਹੇ ਨੇ। ਲੋਕ ਪੋਲੀਟਿਕਸ ਦੇ ਉੱਪਰ ਪੜ੍ਹਨਾ ਚਾਹੁੰਦੇ ਨੇ, ਲੋਕ ਨੋਵਲ ਪੜ੍ਹਨਾ ਚਾਹੁੰਦੇ ਨੇ, ਪੋਇਟਰੀ ਪੜ੍ਹਨਾ ਚਾਹੁੰਦੇ ਨੇ, ਕੀ ਪੜ੍ਹਨਾ ਚਾਹੁੰਦੇ ਨੇ। ਇੱਕ ਤਾਂ ਇੱਥੋਂ ਟੇਸਟ ਜਿਹੜਾ ਹੈਗਾ ਤੁਹਾਨੂੰ ਲੋਕਾਂ ਦਾ ਪਤਾ ਲੱਗਦਾ ਹੈ। ਤੇ ਇਹਦੇ ਉੱਪਰ ਨਜ਼ਰ ਇਕੱਲਾ ਅਨੁਵਾਦਕ ਹੀ ਨਹੀਂ ਰੱਖ ਰਿਹਾ ਹੁੰਦਾ, ਇਹਦੇ ਉੱਪਰ ਨਜ਼ਰ ਪਬਲਿਸ਼ਰ ਵੀ ਰੱਖਦੇ ਨੇ। ਪਬਲਿਸ਼ਰ ਇਹ ਸਾਰੀਆਂ ਚੀਜ਼ਾਂ ਦੇਖ ਰਹੇ ਹੁੰਦੇ ਨੇ ਕਿ ਅੱਜ ਕੱਲ੍ਹ ਕੀ ਵਿਕ ਰਿਹਾ ਹੈ ਮਾਰਕੀਟ ਦੇ ਵਿੱਚ। ਤਾਂ ਇਹ ਇੱਕ ਵੱਡਾ ਫੈਕਟਰ ਹੈ ਕਿਤਾਬ ਦੀ ਚੋਣ ਕਰਨ ਵਾਸਤੇ, ਕਿ ਕਿਹੜੀ ਕਿਤਾਬ ਕਰਨ ਦਾ ਫਾਇਦਾ ਹੈ। ਤੁਹਾਨੂੰ ਮੈਂ ਇਹ ਲਿਸਟ ਦੱਸੀ ਹੈ ਕਿਤਾਬਾਂ ਦੀ, ਤੁਸੀਂ ਇਹ ਚੀਜ਼ ਨੋਟਿਸ ਕੀਤੀ ਹੋਊ ਇਹਦੇ ਵਿੱਚ, ਕਿ ਇਹਦੇ 'ਚ ਪੋਲੀਟਿਕਸ ਨਾਲ ਰਿਲੇਟਡ ਕਾਫੀ ਕਿਤਾਬਾਂ ਨੇ। ਬਿਲਕੁਲ, ਤੇ ਜ਼ਿਆਦਾਤਰ ਉਹਦਾ ਸਭ ਪੋਲੀਟਿਕਸ। ਤੋਂ ਹਾਂਜੀ, ਵੱਡਾ ਕਾਰਨ, ਹਾਂਜੀ ਜੀ, ਹਾਂਜੀ। ਉਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਹੈਗਾ ਉਹ ਇਹੀ ਰਿਹਾ ਕਿ ਪਬਲਿਸ਼ਰਸ ਨੇ ਇਹ ਚੀਜ਼ ਨੂੰ ਨੋਟਿਸ ਕੀਤਾ ਹੈ ਕਿ ਪੰਜਾਬ ਦੇ ਵਿੱਚ ਪੋਲੀਟਿਕਸ ਦੇ ਉੱਪਰ ਕਾਫੀ ਪੜ੍ਹਿਆ ਜਾ ਰਿਹਾ ਹੈ। ਜਦੋਂ ਵੱਖ-ਵੱਖ ਕਿਤਾਬਾਂ ਆਉਂਦੀਆਂ ਨੇ ਪੋਲੀਟਿਕਸ ਦੇ ਉੱਪਰ, ਉਹ ਵਿਕਦੀਆਂ ਨੇ, ਤਾਂ ਪਬਲਿਸ਼ਰ ਨੂੰ ਬਿਲਕੁਲ ਪਤਾ ਲੱਗਦਾ ਹੈ, ਬੁੱਕ ਸੇਲਰਸ ਦੇ ਥਰੂ ਵੀ ਪਤਾ ਲੱਗਦਾ ਹੈ, ਸੋਸ਼ਲ ਮੀਡੀਆ ਤੇ ਪੈਂਦੀਆਂ ਪੋਸਟਾਂ ਤੋਂ ਵੀ ਪਤਾ ਲੱਗਦਾ ਹੈ ਕਿ ਕਿਹੜੀ ਕਿਤਾਬ ਦੀ ਅੱਜ ਕੱਲ੍ਹ ਜ਼ਿਆਦਾ ਚਰਚਾ ਹੋ ਰਹੀ ਹੈ। ਤਾਂ ਇੱਥੋਂ ਇੱਕ ਤਾਂ ਤੁਹਾਡਾ ਟੇਸਟ ਜਿਹੜਾ ਹੈਗਾ ਤੈਅ ਹੋ ਜਾਂਦਾ ਹੈ। ਦੂਜੀ ਜਿਹੜੀ ਗੱਲ ਹੁੰਦੀ ਹੈ ਕਿ ਤੁਸੀਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਆ ਰਹੀਆਂ ਕਿਤਾਬਾਂ ਤੇ ਇੱਕ ਵੱਖਰਾ ਇੰਡੀਪੈਂਡੈਂਟਲੀ ਵੀ ਨਜ਼ਰ ਰੱਖਦੇ ਹੋ।
ਜਿਹਦੇ 'ਚ ਪਬਲਿਸ਼ਰ ਵੀ ਰੱਖਦੇ ਨੇ ਤੇ ਅਨੁਵਾਦਕ ਵੀ ਰੱਖਦੇ ਨੇ। ਖਾਸ ਕਰਕੇ ਜਿਵੇਂ ਮੇਰਾ ਜਿਹੜਾ ਆਪਣਾ ਸੋਸ਼ਲ ਮੀਡੀਆ ਦੇ ਉੱਪਰ ਸਰਕਲ ਹੈਗਾ, ਜਿਹੜਾ ਫਰੈਂਡ ਸਰਕਲ ਹੈਗਾ, ਉਹ ਅਦਰ ਲੈਂਗੁਏਜਸ ਵਾਲਿਆਂ ਨਾਲ ਹੈ। ਮਤਲਬ ਮੇਰੇ ਨਾਲ ਪੰਜਾਬ ਦੇ ਲੋਕ ਥੋੜ੍ਹੇ ਘੱਟ ਜੁੜੇ ਹੋਏ ਨੇ, ਮੇਰੇ ਨਾਲ ਹਿੰਦੀ ਵਾਲੇ ਜਾਂ ਅੰਗਰੇਜ਼ੀ ਵਾਲੇ ਜ਼ਿਆਦਾ ਜੁੜੇ ਹੋਏ ਨੇ। ਉੱਥੋਂ ਮੈਨੂੰ ਪਤਾ ਲੱਗਦਾ ਹੈ ਕਿ ਹਿੰਦੀ ਵਾਲੇ ਬੰਦੇ ਕੀ ਲਿਖ ਰਹੇ ਨੇ, ਅੰਗਰੇਜ਼ੀ ਵਾਲੇ ਕੀ ਲਿਖ ਰਹੇ ਨੇ। ਹਿੰਦੀ ਦੇ ਵਿੱਚ ਕਿਹੜਾ ਕੰਮ ਜਿਹੜਾ ਹੈਗਾ ਜਿਹਦੀ ਤਾਰੀਫ਼ ਕੀਤੀ ਜਾ ਰਹੀ ਹੈ, ਇਹਦੇ 'ਚ ਕੁਛ ਖਾਸ ਹੋਣਾ, ਜਾਂ ਅੰਗਰੇਜ਼ੀ ਦੇ ਵਿੱਚ ਕਿਹੜਾ ਕੰਮ ਹੈ ਜਿਹਦੀ ਤਾਰੀਫ਼ ਕੀਤੀ ਜਾ ਰਹੀ ਹੈ। ਠੀਕ, ਉਹ ਇੱਕ ਦੂਜਾ ਫੈਕਟਰ ਹੁੰਦਾ। ਉਹ ਜਿਹੜੀ ਤੁਹਾਨੂੰ ਅਨੁਵਾਦਕ ਨੂੰ ਕੋਈ ਕਿਤਾਬ ਪਸੰਦ ਆਉਂਦੀ ਹੈ ਤਾਂ ਤੁਸੀਂ ਪਬਲਿਸ਼ਰ ਨੂੰ ਰეკਮੈਂਡ ਕਰ ਸਕਦੇ ਹੋ, ਸਿਫਾਰਿਸ਼ ਕਰ ਸਕਦੇ ਹੋ ਕਿ ਜੀ ਇਹ ਕਿਤਾਬ ਕੀਤੀ ਜਾ ਸਕਦੀ ਹੈ। ਤੀਜੀ ਜਿਹੜਾ ਇਹਦੇ 'ਚ ਫੈਕਟਰ ਹੁੰਦਾ, ਉਹ ਹੁੰਦਾ ਇੰਟਰਨੈਸ਼ਨਲ ਕਿਤਾਬਾਂ ਦਾ। ਇੰਟਰਨੈਸ਼ਨਲ ਕਿਤਾਬਾਂ ਦਾ ਇਹ ਹੁੰਦਾ ਕਿ ਉਹਦੇ 'ਚ ਦੋ ਤਰੀਕੇ ਦੀਆਂ ਕਿਤਾਬਾਂ ਨੇ। ਇੱਕ ਤਾਂ ਉਹਦੇ 'ਚ ਬਾਈ ਜੀ ਹੈਗੀਆਂ ਨੇ ਕਲਾਸਿਕਸ, ਉਹਨਾਂ ਬਾਰੇ ਤਾਂ ਮਤਲਬ ਇਹ ਮੰਨ ਕੇ ਚੱਲੋ ਕਿ ਪਬਲਿਸ਼ਰ ਨੂੰ ਵੀ ਖੈਰ ਪਤਾ ਹੀ ਹੁੰਦਾ ਤੇ ਅਨੁਵਾਦਕ ਨੂੰ ਵੀ ਪਤਾ ਹੀ ਹੁੰਦਾ। ਉਹ ਤੁਸੀਂ ਤੈਅ ਕਰਦੇ ਹੋ ਬਹਿ ਕੇ, ਦੋਨਾਂ ਦੀ ਆਪਸ 'ਚ ਰਜ਼ਾਮੰਦੀ ਹੈ ਮਾਰਕੀਟ ਦੇ ਹਿਸਾਬ ਨਾਲ ਕਿ ਇਹਨੂੰ ਕਰਨ ਦਾ ਫਾਇਦਾ ਜਾਂ ਨਹੀਂ ਫਾਇਦਾ। ਜਿੱਦਾਂ 1984 ਸੀ ਜਾਰਜ ਔਰਵੈਲ ਦੀ, ਉਹ ਕੋਈ ਇਹੋ ਜਿਹਾ ਪੀਸ ਨਹੀਂ ਹੈਗਾ ਕਿ ਉਹਨੂੰ ਮਤਲਬ ਕਿ ਉਹਨੂੰ ਪਬਲਿਸ਼ਰ ਨਹੀਂ ਜਾਣਦਾ। ਉਹਨੂੰ ਪਬਲਿਸ਼ਰ ਵੀ ਜਾਣਦੇ ਸੀ, ਮੈਂ ਵੀ ਜਾਣਦਾ ਸੀ। ਤੇ ਜਦੋਂ ਅਸੀਂ ਦੋਨਾਂ ਨੇ ਉਹਦੇ ਉੱਪਰ ਗੱਲ ਕੀਤੀ ਤਾਂ ਸਾਡੀ ਸਹਿਮਤੀ ਬਣੀ ਕਿ ਬਿਲਕੁਲ ਇਸ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਆਉਣਾ ਚਾਹੀਦਾ ਤੇ ਅਨੁਵਾਦ ਕਰ ਦਿੱਤਾ ਗਿਆ। ਕੁਛ ਇੰਟਰਨੈਸ਼ਨਲ ਲੈਵਲ ਦੇ ਉੱਪਰ ਏਦਾਂ ਦੀਆਂ ਕਿਤਾਬਾਂ ਹੁੰਦੀਆਂ ਨੇ ਜਿਹੜੀਆਂ ਨਵੀਆਂ ਆ ਰਹੀਆਂ ਹੁੰਦੀਆਂ ਨੇ, ਉਹਦੇ ਬਾਰੇ ਕਈ ਵਾਰ ਸ਼ਾਇਦ ਪਬਲਿਸ਼ਰ ਦਾ ਨਹੀਂ ਧਿਆਨ ਜਾਂਦਾ। ਜਿਹੜੇ ਟਰਾਂਸਲੇਟਰਸ ਨੇ ਕਈ ਵਾਰ ਉਹ ਜ਼ਿਆਦਾ ਐਕਟਿਵ ਹੁੰਦੇ ਨੇ ਇਸ ਮਾਮਲੇ 'ਚ, ਉਹ ਜ਼ਿਆਦਾ ਧਿਆਨ ਰੱਖਦੇ ਨੇ। ਤੇ ਉਹ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਏਦਾਂ ਹੀ ਹੁੰਦੀਆਂ ਨੇ। ਜਿੱਦਾਂ ਮੈਂ ਆਪਣੇ ਕੇਸ ਦੇ ਵਿੱਚ ਦੇਖਾਂ ਤਾਂ ਇਹਦੇ 'ਚ ਜਿੰਨੀਆਂ ਮੈਂ ਕਿਤਾਬਾਂ ਤੁਹਾਨੂੰ ਬਣਾਈਆਂ ਨੇ, ਇਹਦੇ 'ਚੋਂ ਸ਼ਾਇਦ 1 ਜਾਂ 2 ਹੀ ਕਿਤਾਬਾਂ ਹੋਣਗੀਆਂ ਜਿੰਨੀਆਂ ਮੈਂ ਲਿਸਟ ਬਣਾਈ ਹੈ ਜਿਹੜੀਆਂ ਪਬਲਿਸ਼ਰ ਨੇ ਸਿਲੈਕਟ ਕੀਤੀਆਂ ਨੇ। ਅਦਰਵਾਈਜ਼ ਬਾਕੀ ਸਾਰੀਆਂ ਕਿਤਾਬਾਂ ਇਹ ਉਹੀ ਨੇ ਜਿਨ੍ਹਾਂ ਨੂੰ ਮੈਂ ਹੀ ਚੁਣਿਆ, ਚਾਹੇ ਉਹ ਸੋਸ਼ਲ ਮੀਡੀਆ ਤੇ ਚੁਣਿਆ, ਦੇਖਿਆ, ਤੇ ਚਾਹੇ ਉਹ ਮੇਰੀ ਆਪਣੀ ਨੌਲੇਜ ਕਹਿ ਲਓ, ਚਾਹੇ ਜਿੱਦਾਂ 1984 ਹੈ ਜਾਰਜ ਔਰਵੈਲ ਦਾ, ਉਹ ਮੈਨੂੰ ਪਤਾ ਸੀ ਕਿ ਕਲਾਸਿਕ ਪੀਸ ਹੈ, ਮੈਂ ਕਰਨਾ ਤੇ ਉਹ ਮੈਂ ਕੀਤਾ। ਤੇ ਕੁਛ ਕਿਤਾਬਾਂ ਵੈਸੇ ਹੀ ਪਤਾ ਲੱਗਦੀਆਂ ਰਹੀਆਂ ਜਿਉਂ-ਜਿਉਂ ਪੜ੍ਹਦਾ ਰਿਹਾ। ਜਿੱਦਾਂ ਖਾਲਿਸਤਾਨ ਕੌਂਸਪੀਰੇਸੀ ਜਦੋਂ ਆਈ ਤਾਂ ਮੈਂ ਉਹਨੂੰ ਸ਼ੁਰੂ ਤੋਂ ਹੀ ਫੋਲੋ ਕਰ ਰਿਹਾ ਸੀਗਾ ਕਿ ਉਹ ਕਿਤਾਬ ਕਦੋਂ ਆਊਗੀ। ਜਦੋਂ ਆਈ ਤਾਂ ਮੈਂ ਪੜ੍ਹ ਵੀ ਲਈ ਅੰਗਰੇਜ਼ੀ 'ਚ, ਮੈਨੂੰ ਪਸੰਦ ਆਈ ਤਾਂ ਮੈਂ ਪਬਲਿਸ਼ਰ ਨੂੰ ਦੱਸਿਆ ਤੇ ਪਬਲਿਸ਼ਰ ਜਦੋਂ ਰਾਜੀ ਹੋ ਗਏ ਤਾਂ ਕਿਤਾਬ ਟਰਾਂਸਲੇਟ ਕੀਤੀ। ਤੇ ਏਦਾਂ ਬਹੁਤ ਸਾਰੀਆਂ ਕਿਤਾਬਾਂ ਨੇ। ਜੀਓ ਪੋਲਿਟਿਕਸ ਦਾ ਵੀ ਸਫ਼ਰ ਇਹੀ ਹੈ। ਜੀਓ ਪੋਲਿਟਿਕਸ ਨੂੰ ਵੀ ਸੋਸ਼ਲ ਮੀਡੀਆ ਦੇ ਥਰੂ ਹੀ ਮੈਂ ਲੱਭਿਆ ਸੀ ਉਹਨਾਂ ਨੂੰ, ਤੇ ਉਹਨਾਂ ਨਾਲ ਉੱਥੋਂ ਹੀ ਗੱਲ ਸ਼ੁਰੂ ਹੋਈ ਸੀ ਲੇਖਕ ਦੇ ਨਾਲ, ਤੇ ਏਦਾਂ ਹੀ ਉਹਨਾਂ ਨਾਲ ਫਿਰ ਡੀਲ ਹੋਈ ਤੇ ਫਿਰ ਇਹ ਆਈ। ਤਾਂ ਅੱਛਾ। ਜਿਹੜਾ ਕਿਤਾਬ ਨੂੰ ਚੁਣਨ ਦਾ ਜੀ ਹਾਂਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਹੁਣ ਕਿਤਾਬਾਂ ਦਾ ਤੁਹਾਨੂੰ ਕੀ ਲੱਗ ਰਿਹਾ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਪੜ੍ਹਨ ਦਾ ਜੀ ਦੌਰ ਕੁਛ ਜਾਂ ਪੜ੍ਹਨ ਦਾ ਜਿਹੜੇ ਲੋਕਾਂ ਦੀ ਇੰਟਰਸਟ ਹੈਗਾ ਹੈ ਉਹ ਵਧਿਆ ਆ, ਕਿਤਾਬਾਂ ਪੜ੍ਹਨ ਦਾ ਤੁਸੀਂ ਦੇਖ ਰਹੇ ਹੋ ਇਹ ਚੀਜ਼ ਕਿ ਵਧਿਆ ਆ ਲੋਕਾਂ ਦਾ? ਭਾਵੇਂ ਉਹ ਸੋਸ਼ਲ ਮੀਡੀਆ ਦੇ ਕਾਰਨ ਵਧਿਆ ਹੋਵੇ, ਕਿਉਂਕਿ ਲੋਕਾਂ ਨੂੰ ਪਤਾ ਲੱਗਦਾ ਜੀ ਆ, ਦੇਖਦੇ ਆ ਸਾਰੇ ਕਿ ਕੌਣ ਕੀ ਪੜ੍ਹ ਰਿਹਾ ਆ, ਤੋ ਫਿਰ ਉਹ ਦੇਖੋ ਦੇਖੀ ਫਿਰ ਪੜ੍ਹਨ ਲੱਗਦੇ ਆ, ਸ਼ੌਂਕ ਜਾਗਦਾ ਹੈ। ਕੋਈ ਵਧਿਆ ਆ ਕਿਤਾਬਾਂ ਦੀ ਜਿਹੜੀ, ਜਾਂ ਪਬਲਿਸ਼ਰ ਤੋਂ ਤੁਹਾਨੂੰ ਪਤਾ ਲੱਗਦਾ ਹੋਵੇ ਕਿ ਕਿਤਾਬਾਂ ਦੀ ਜਿਹੜੀ ਸੇਲ ਹੈਗੀ ਆ ਉਹ ਮੈਨੂੰ ਵਧੀ ਜੀ ਹੋਵੇ? ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਪਾਠਕਾਂ ਦਾ ਟੇਸਟ ਵਾਲੀ ਨਬਜ਼ ਜਿਹੜੀ ਹੈਗੀ ਉਹ ਫੜਨ ਦੇ ਵਿੱਚ ਜੇ ਤੁਸੀਂ ਕਾਮਯਾਬ ਹੋ ਤਾਂ ਕਿਤਾਬਾਂ ਦੀ ਸੇਲ ਵਧੀ ਹੋਈ ਹੈ ਪਹਿਲਾਂ ਨਾਲੋਂ। ਪਿਛਲੇ ਕੁਛ ਸਾਲਾਂ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਇਹ ਚੀਜ਼ਾਂ, ਮੈਂ ਕੁਛ ਇਹਦੇ ਆਰਟੀਕਲ ਪੜ੍ਹੇ ਨੇ ਇਹਨਾਂ ਚੀਜ਼ਾਂ ਦੇ ਉੱਪਰ, ਕਿ ਇਕੱਲਾ ਇਹ ਕੋਈ ਆਪਾਂ ਆਪਦੇ ਲੋਕਲ ਲੈਵਲ ਦੀ ਗੱਲ ਵੀ ਜੇ ਛੱਡ ਦਈਏ ਤਾਂ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਕਿਤਾਬਾਂ ਦੀ ਸੇਲ ਪਹਿਲਾਂ ਨਾਲੋਂ ਵਧੀ ਹੈ। ਹਾਲਾਂਕਿ ਕਈ ਵਾਰ ਆਪਾਂ ਨੂੰ ਇਹ ਲੱਗਦਾ ਰਹਿੰਦਾ ਕਿ ਪਹਿਲਾਂ ਲੋਕ ਜ਼ਿਆਦਾ ਪੜ੍ਹਦੇ ਸੀ, ਹੁਣ ਨਹੀਂ ਪੜ੍ਹਦੇ, ਪਰ ਮਾਮਲਾ ਇਸ ਤੋਂ ਉਲਟ ਹੈ। ਜੇ ਤੁਸੀਂ ਫਿਗਰਸ ਦੇ ਉੱਪਰ ਜਾਓ, ਅੰਕੜਿਆਂ ਦੇ ਉੱਪਰ ਜਾਓ, ਤਾਂ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਪਹਿਲਾਂ ਨਾਲੋਂ ਵੱਧ ਵਿਕ ਰਹੀਆਂ ਨੇ। ਹਾਂ, ਇਹ ਹੈ ਕਿ ਪੰਜਾਬੀ ਦਾ ਇੱਕ ਬੜਾ ਛੋਟਾ ਖੇਤਰ ਹੈ। ਪੰਜਾਬੀ ਦਾ ਤੁਹਾਨੂੰ ਪਤਾ ਹੀ ਹੈ, ਇੱਕ ਛੋਟਾ ਇਲਾਕਾ ਹੈ ਤੇ ਲੋਕ ਪਾਪੂਲੇਸ਼ਨ ਬੜੀ ਥੋੜ੍ਹੀ ਹੈ ਪੰਜਾਬ ਦੀ, ਤੇ ਉਸ ਹਿਸਾਬ ਨਾਲ ਹਾਲ ਦੀ ਘੜੀ ਜਿਹੜੀ ਇੱਕ ਸੇਲ ਹੈਗੀ ਹੈ ਉਹਨੂੰ ਸੰਤੁਸ਼ਟੀਜਨਕ ਤਾਂ ਨਹੀਂ ਖੈਰ ਆਪਾਂ ਕਹਿ ਸਕਦੇ ਹੈਗੇ, ਉਹ ਐਵਰੇਜ ਹੀ ਹੈ, ਔਸਤ ਹੈ ਹਾਲੇ। ਤੇ ਉਹਨੂੰ ਮੈਂ ਜ਼ਿਆਦਾ ਮਾੜੀ 'ਚ ਵੀ ਨਹੀਂ ਗਿਣਦਾ ਹੈਗਾ ਕਿ ਪੰਜਾਬ 'ਚ ਲੋਕ ਪੜ੍ਹਦੇ ਹੀ ਨਹੀਂ ਹੈਗੇ, ਇਹ ਵੀ ਨਹੀਂ ਮੈਂ ਕਹਿੰਦਾ ਹੈਗਾ ਕਿ ਪੜ੍ਹਦੇ ਨੇ, ਪਰ ਮੈਂ ਉਹਨੂੰ ਬੰਗਾਲੀ ਜਾਂ ਮਰਾਠੀ ਪਾਠਕਾਂ ਦੇ ਨਾਲ ਵੀ ਨਹੀਂ ਰੱਖ ਸਕਦਾ ਹੈਗਾ, ਜਾਂ ਮਲਿਆਲਮ ਦੇ ਪਾਠਕਾਂ ਨਾਲ ਵੀ ਨਹੀਂ ਰੱਖ ਸਕਦਾ ਸੋ ਹੈਗਾ। ਜਿਹੜੇ ਉੱਥੋਂ ਦੀ ਜਿਹੜੀ ਸੇਲ ਤੁਹਾਡਾ ਹੈਗੀ ਉਹ ਕਹਿਣਾ, ਕਾਫੀ ਜ਼ਿਆਦਾ ਹੈ। ਅੱਛਾ ਠੀਕ ਹੈ, ਬਿਲਕੁਲ ਇਹੀ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਜਿਹੜੇ ਇਹ ਇੰਡੀਆ ਦਾ ਇਹ ਜਿਹੜਾ ਹਿੱਸਾ ਹੈਗਾ ਉਹ ਚਾਹੇ ਮਲਿਆਲਮ ਹੈ ਚਾਹੇ ਮਰਾਠੀ ਹੈ ਕਿ ਜਾਂ ਬੰਗਾਲੀ ਹੈਗੇ ਆ, ਜੀ ਉਹ ਆਪਣੇ ਪੰਜਾਬ ਦੇ ਨਾਲੋਂ ਜਾਂ ਪੰਜਾਬੀਆਂ ਦੇ ਨਾਲੋਂ ਜ਼ਿਆਦਾ ਪੜ੍ਹ ਰਹੇ ਆ ਲਿਟਰੇਚਰ ਨੂੰ, ਹੈ ਨਾ? ਜੀ ਜੀ ਬਿਲਕੁਲ। ਠੀਕ ਹੈ, ਬਿਲਕੁਲ। ਅੱਛਾ, ਇੱਕ ਗੱਲ ਮੈਂ ਹੋਰ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਕਿਤਾਬਾਂ ਜਿਹੜੀਆਂ ਤੁਸੀਂ ਬਾਹਰਲੀਆਂ, ਚਾਹੇ ਹਿੰਦੀ ਦੀਆਂ, ਤੁਸੀਂ ਜ਼ਿਆਦਾ ਪੰਜਾਬੀ ਦੇ ਵਿੱਚ ਹੀ ਤੁਸੀਂ ਅਨੁਵਾਦ ਕਰ ਰਹੇ ਹੋ ਨਾ, ਪੰਜਾਬੀ ਦੇ ਵਿੱਚ ਹੀ। ਜੀ ਜੀ ਕੀ ਕਦੀ ਸੋਚਿਆ ਆ ਕਿ ਜਿਸ ਤਰ੍ਹਾਂ ਸਾਡੇ ਜਿਹੜੇ ਪੰਜਾਬੀ ਦੇ ਜਿਹੜੇ ਲਸਾਨੀ ਜਿਹੜੇ ਰਾਈਟਰ ਹੈਗੇ ਆ, ਚਾਹੇ ਉਹ ਅਸੀਂ ਜੀ
ਸੋਹਣ ਸਿੰਘ ਸੀਤਲ ਜੀ ਦੀ ਗੱਲ ਕਰ ਲਈਏ, ਜੀ ਜਸਵੰਤ ਸਿੰਘ ਕੰਵਲ ਜੀ ਹੋ ਗਏ, ਰਾਮ ਸਰੂਪ ਪਣਕੀ, ਹੋਰ ਹੋਰ ਸਾਰੇ ਹੀ, ਜਿੰਨੇ ਗੁਰਦਿਆਲ ਸਿੰਘ ਹੋ ਗਿਆ ਨਾ, ਕਦੀ ਇਹਨਾਂ ਦੀ ਹੁਣ ਮੈਨੂੰ ਹਾਲੇ ਤੱਕ ਸ਼ਾਇਦ ਨਾ ਨੌਲੇਜ ਹੋਵੇ ਕਿ ਕਈ ਕਿਤਾਬਾਂ ਜਿਹੜੀਆਂ ਹੈਗੀਆਂ, ਨਾਵਲ ਹੈਗੇ ਜਿਹੜੇ ਇੰਗਲਿਸ਼ ਦੇ ਵਿੱਚ ਇਹਨਾਂ ਦਾ ਅਨੁਵਾਦ ਹੋਇਆ ਆ। ਕੋਈ ਕਿਤਾਬ ਹੋਵੇ ਜੀ ਤੁਹਾਡੇ ਮਨ ਦੇ ਵਿੱਚ, ਜਾਂ ਕੋਈ ਕਿ ਤੁਸੀਂ ਪੰਜਾਬੀ ਦੀ ਕਿਤਾਬ ਨੂੰ ਇੰਗਲਿਸ਼ ਦੇ ਵਿੱਚ ਅਨੁਵਾਦ ਕਰਨਾ ਚਾਹੋ? ਇਹ ਲਸਾਨੀ ਜਿਹੜੇ ਸਾਡੇ ਬਜ਼ੁਰਗ ਹੋਏ ਆ, ਜਿਹੜੇ ਇੰਨਾ ਲਿਟਰੇਚਰ ਲਿਖ ਕੇ ਗਏ, ਕੋਈ ਇਹਨਾਂ ਦੀ ਕਿਤਾਬ ਕਦੀ ਮਨ ਬਣਿਆ, ਕਦੀ ਸੋਚਿਆ ਕਿ ਇੰਗਲਿਸ਼ ਦੇ ਵਿੱਚ ਵੀ ਟਰਾਂਸਲੇਟ ਕੀਤੀ ਜਾਵੇ? ਮੈਂ ਅਸਲ ਦੇ ਵਿੱਚ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਮੇਰਾ ਸੋਸ਼ਲ ਮੀਡੀਆ ਤੇ ਸਰਕਲ ਅਦਰ ਸਟੇਟ ਦੇ ਲੋਕਾਂ ਨਾਲ ਜ਼ਿਆਦਾ ਹੈ। ਤਾਂ ਹੋਇਆ ਇਹ ਹੈ ਕਿ ਅਦਰ ਸਟੇਟਸ ਦੇ ਲੋਕਾਂ ਨਾਲ ਜਦੋਂ ਮੈਂ ਗੱਲਬਾਤ ਕਰਦਾ ਤਾਂ ਮੈਨੂੰ ਇਹ ਫੀਲ ਹੁੰਦਾ ਹੈ, ਮੈਨੂੰ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਪੰਜਾਬ ਬਾਰੇ ਬਹੁਤ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ। ਮਤਲਬ ਜੇ ਇਹ ਕਹਿ ਲਓ ਕਿ ਉਹਨਾਂ ਨੂੰ ਪੰਜਾਬ ਬਾਰੇ ਨੌਲੇਜ ਨਹੀਂ ਹੈਗੀ, ਠੀਕ। ਤੇ ਉਦੋਂ ਮੇਰੇ ਦਿਮਾਗ 'ਚ ਇਹ ਗੱਲ ਬਿਲਕੁਲ ਆਉਂਦੀ ਹੈ ਕਿ ਯਾਰ ਮੈਨੂੰ ਪੰਜਾਬੀ ਦੀਆਂ ਕਿਤਾਬਾਂ ਨੂੰ ਇੰਗਲਿਸ਼ ਤੇ ਹਿੰਦੀ ਦੇ ਵਿੱਚ ਟਰਾਂਸਲੇਟ ਕਰਨਾ ਚਾਹੀਦਾ ਹੈ। ਤੇ ਪਰ ਇਹਦੇ 'ਚ ਟੈਕਨੀਕਲ ਪ੍ਰੋਬਲਮ ਇਹ ਹੈ ਕਿ ਮੈਨੂੰ ਕੰਮ ਹੀ ਮੇਰੇ ਕੋਲ ਇੰਨਾ ਮੈਨੂੰ ਦਿੱਤਾ ਗਿਆ ਹੁਣ ਤੱਕ ਪੰਜਾਬੀ ਦਾ, ਜਾਂ ਹੁਣ ਫਿਊਚਰ ਦੇ ਵਾਸਤੇ ਮੇਰੇ ਕੋਲ ਇੰਨਾ ਰਿਜ਼ਰਵ ਪਿਆ ਕੰਮ ਜਿਹੜਾ ਮੈਂ ਕਰਨਾ ਹੈ, ਕਿ ਮੈਂ ਉਹਦੇ ਵਾਸਤੇ ਸਮਾਂ ਨਹੀਂ ਕੱਢ ਸਕਾਂਗਾ। ਪਰ ਮੈਂ ਇਹਦੇ ਲਈ 2-3 ਹਿੰਦੀ ਦੇ ਪਬਲਿਸ਼ਰਸ ਨੂੰ ਇਹ ਗੱਲ ਜ਼ਰੂਰ ਕਹੀ ਹੈ ਕਿ ਤੁਸੀਂ ਪਲੀਜ਼ ਕਿਸੇ ਵੀ ਤਰੀਕੇ ਰਾਹੀਂ ਪੰਜਾਬੀ ਦੀਆਂ ਜਿਹੜੀਆਂ ਇੰਪੋਰਟੈਂਟ ਕਿਤਾਬਾਂ ਹੈਗੀਆਂ ਨੇ ਪੰਜਾਬ ਦਾ, ਚਾਹੇ ਕੋਈ ਪੰਜਾਬ ਦਾ ਸਟਰਗਲ ਰਿਹਾ ਹੋਵੇ, ਜਾਂ ਪੰਜਾਬ ਦੇ 1947 ਨਾਲ ਰਿਲੇਟਡ ਕੁਝ ਕਿਤਾਬਾਂ ਹੋਣ ਪੰਜਾਬ ਦੀਆਂ, ਜਾਂ ਪੰਜਾਬੀ ਦੇ ਵਧੀਆ ਨਾਵਲ ਹੋਣ, ਜਾਂ ਸਿੱਖ ਹਿਸਟਰੀ ਹੋਵੇ ਖਾਸ ਕਰਕੇ, ਏਦਾਂ ਦਾ ਕੁਛ, ਕਿ ਇਹਨੂੰ ਤੁਸੀਂ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਵਾਓ। ਇੱਕ ਆਨਲਾਈਨ ਪਲੇਟਫਾਰਮ ਹੈ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਨਹੀਂ ਖੈਰ ਮੈਂ ਉਹਨੂੰ ਕਹਿ ਸਕਦਾ, ਮਤਲਬ ਉਹ ਸਾਰੀਆਂ ਲੈਂਗੁਏਜ ਨੂੰ ਮਤਲਬ ਪਲੇਟਫਾਰਮ ਪ੍ਰੋਵਾਈਡ ਹੋਇਆ ਹੈ, ਉਹ ਹੈਗਾ ਨੋਟ ਨਲ। ਇਹ ਇੱਕ ਪਲੇਟਫਾਰਮ ਹੈਗਾ, ਇਹ ਆਨਲਾਈਨ ਈ ਵਰਜ਼ਨ ਕਿਤਾਬਾਂ ਪੜ੍ਹਦਾ, ਜਿੱਦਾਂ ਆਪਾਂ ਕਿੰਡਲ ਤੇ ਪੜ੍ਹਦੇ ਹਾਂ। ਇਹ ਬਿਲਕੁਲ ਉਦਾਂ ਦੀ ਐਪ ਹੈ, ਇਹਦਾ ਨਾਂ ਹੈਗਾ ਨੋਟ ਨਲ। ਲਖਨਊ ਤੋਂ ਇਹਨੂੰ ਇੱਕ ਵੀਰ ਚਲਾ ਰਹੇ ਨੇ ਇਹਨੂੰ, ਤੇ ਉੱਥੇ ਸਾਰੀਆਂ ਭਾਸ਼ਾਵਾਂ ਨੂੰ ਮਤਲਬ ਇੱਕ ਕਹਿ ਲਓ ਕਿ ਉਹ ਪਲੇਟਫਾਰਮ ਹੈ ਸਾਰੀਆਂ ਭਾਸ਼ਾਵਾਂ ਵਾਸਤੇ। ਜਿਹੜੀ ਪੰਜਾਬੀ ਹੈਗੀ ਉਹਨੂੰ ਕਿੰਡਲ ਦੇ ਉੱਪਰ ਥਾਂ ਨਹੀਂ ਮਿਲਦੀ ਕੋਈ, ਕਿੰਡਲ ਜਿਹੜਾ ਹੈਗਾ ਸਪੋਰਟ ਨਹੀਂ ਕਰਦਾ ਪੰਜਾਬੀ ਭਾਸ਼ਾ ਨੂੰ, ਪਰ ਜਿਹੜੀ ਉਹ ਐਪ ਹੈਗੀ ਹੈ ਉਹ ਐਪ ਸਪੋਰਟ ਕਰਦੀ ਹੈ। ਤੇ ਉੱਥੇ ਸਾਡੀਆਂ ਕਿਤਾਬਾਂ ਵੀ ਜਾ ਰਹੀਆਂ ਨੇ ਆਨਲਾਈਨ, ਤੇ ਬਾਹਰ ਵਾਲੇ ਜਿਹੜੇ ਹੈਗੇ ਨੇ ਵਿਦੇਸ਼ਾਂ ਜਿਹੜੇ ਪਾਠਕ ਰਹਿੰਦੇ ਨੇ NRIs, ਉਹ ਉੱਥੋਂ ਖਰੀਦਦੇ ਨੇ ਜ਼ਿਆਦਾਤਰ, ਕਿਉਂਕਿ ਇੱਥੋਂ ਕਿਤਾਬ ਭੇਜਣ ਦੇ ਖਰਚ ਬਹੁਤ ਪੈ ਜਾਂਦਾ। ਤਾਂ ਉਹਨਾਂ ਨਾਲ ਵੀ ਮੇਰੀ ਇਹੀ ਗੱਲ ਹੋਈ ਹੈ। ਈਵਨ ਹੋ ਸਕਦਾ ਉਹ ਫਿਊਚਰ ਦੇ ਵਿੱਚ ਇਹ ਕੰਮ ਸ਼ੁਰੂ ਕਰਨ, ਉਹਨਾਂ ਦਾ ਬਹੁਤ ਇੰਟਰਸਟ ਹੈ ਇਸ ਚੀਜ਼ ਦੇ ਵਿੱਚ ਕਿ ਉਹ ਪੰਜਾਬੀ ਦੀਆਂ ਕਿਤਾਬਾਂ ਨੂੰ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਾ ਕੇ ਆਪਣੇ ਪਲੇਟਫਾਰਮ ਤੇ ਲਿਆਉਣਾ ਚਾਹੁੰਦੇ ਨੇ। ਤੇ ਮੈਨੂੰ ਇਹ ਲੱਗਦਾ ਹੈ ਕਿ ਜੋ ਆਨਲਾਈਨ ਵੀ ਉਹ ਇਸ ਕਿਤਾਬਾਂ ਨੂੰ ਲੈ ਆਉਣ ਉਹ, ਤਾਂ ਉਹਦੇ ਨਾਲ ਕਿਤਾਬਾਂ ਦੇ ਪ੍ਰਿੰਟ 'ਚ ਆਉਣ ਦੀ ਸੰਭਾਵਨਾ ਵੀ ਵੱਧ ਜੂਗੀ ਭਵਿੱਖ ਦੇ ਵਿੱਚ, ਕਿਉਂਕਿ ਤੁਹਾਨੂੰ ਬੇਸ਼ੱਕ ਲੱਗਦਾ ਹੈ ਹਾਲੇ ਤੱਕ ਨਹੀਂ ਛਪ ਰਹੀਆਂ। ਕੋਈ ਇਸ ਤਰ੍ਹਾਂ ਦਾ ਕੋਈ ਮੁਸ਼ਕਿਲ ਆ ਸਕਦੀ ਹੋਵੇ, ਜਿਸ ਤਰ੍ਹਾਂ ਬਾਬਾ ਸੋਹਣ ਸਿੰਘ ਸੀਤਲ ਜੀ ਹੁਣ ਨਹੀਂ ਰਹੇ ਆ, ਜਸਵੰਤ ਸਿੰਘ ਕੰਵਲ ਜੀ ਨਹੀਂ ਰਹੇ ਆ, ਰਾਮ ਸਰੂਪ ਬਣਕੀ ਨਹੀਂ, ਕਈ ਜਿਹੜੇ ਆਪਣੇ ਲਸਾਨੀ ਬੰਦੇ ਹੈਗੇ ਉਹ ਨਹੀਂ ਰਹੇ, ਕੋਈ ਟੈਕਨੀਕਲ ਕੋਈ ਇੱਦਾਂ ਦੀ ਕੋਈ ਰਾਈਟਸ ਵਗੈਰਾ ਦੀ ਕੋਈ ਪ੍ਰੋਬਲਮ ਆ ਸਕਦੀ ਹੋਵੇ, ਆਉਂਦੀ ਹੋਵੇ, ਅਗਰ ਕਿਸੇ ਹੋਰ ਨੇ ਮਤਲਬ ਟਰਾਂਸਲੇਟ ਕਰਨੀ ਹੋਵੇ, ਤਾਂ ਕੋਈ ਇੱਦਾਂ ਦੀ ਮੁਸ਼ਕਿਲ ਆ ਸਕਦੀ ਹੈਗੀ ਕਿ ਉਹ ਇਸ ਦੁਨੀਆ ਦੇ ਉੱਪਰ ਨਹੀਂ ਹੈਗੇ? ਜੀ, ਅਸਲ ਦੇ ਵਿੱਚ ਇਹਦੇ ਬਾਈ ਜੀ ਇਹਦਾ ਇੱਕ ਟੈਕਨੀਕਲ ਤੇ ਲੀਗਲ ਇਹਦਾ ਪੱਖ ਹੈਗਾ ਬਸ, ਕਿ ਇਹਦੇ 'ਚ ਦੋਨਾਂ ਪਾਰਟੀਜ਼ ਦਾ ਐਗਰੀ ਹੋਣਾ ਜ਼ਰੂਰੀ ਹੈ। ਜਿਨ੍ਹਾਂ ਕੋਲੇ ਲੇਖਕ ਦੇ ਪਰਿਵਾਰ ਕੋਲੇ ਜਾਂ ਉਹਨਾਂ ਦੇ ਕਿਸੇ ਮੈਂਬਰ ਕਿਸੇ ਕੋਲੇ ਵੀ ਉਹਨਾਂ ਦੇ ਰਾਈਟਸ ਹੈਗੇ ਨੇ, ਉਹਨਾਂ ਦਾ ਵੀ ਇਹਦੇ ਉੱਪਰ ਸਹਿਮਤ ਹੋਣਾ ਜ਼ਰੂਰੀ ਹੈ। ਤੇ ਜਿਹੜੀ ਧਿਰ ਅੱਗੋਂ ਇਹਨੂੰ ਟਰਾਂਸਲੇਟ ਕਰੂਗੀ, ਉਹਨਾਂ ਦਾ ਵੀ ਇਹਦੇ ਉੱਪਰ ਸਹਿਮਤ ਹੋਣਾ ਜ਼ਰੂਰੀ ਹੈ ਕਿ ਉਹਨਾਂ ਨੂੰ ਉਹ ਕਿੰਨਾ ਫਾਈਨੈਂਸ਼ਲੀ ਉਹਨਾਂ ਨੂੰ ਉਹ ਇਹਦਾ ਦੇਣਗੇ, ਤੇ ਕਿੱਥੇ ਤੱਕ ਉਹਨਾਂ ਦੀ ਜਾ ਕੇ ਇਸ ਗੱਲ ਦੇ ਉੱਪਰ ਨਿਬੜਦੀ ਹੈ। ਤੇ ਟੈਕਨੀਕਲ ਇਹਦੇ 'ਚ ਜ਼ਿਆਦਾ ਕੋਈ ਦਿੱਕਤ ਆਉਣ ਵਾਲੀ ਵੈਸੇ ਗੱਲ ਬਣਦੀ ਨਹੀਂ ਹੈਗੀ, ਕਿਉਂਕਿ ਇੰਟਰਨੈਸ਼ਨਲ ਦੇ ਵਿੱਚ ਥੋੜ੍ਹੀ ਪ੍ਰੋਬਲਮ ਆ ਜਾਂਦੀ ਹੈ। ਕਿਉਂਕਿ ਇੰਟਰਨੈਸ਼ਨਲ ਦੇ ਵਿੱਚ ਮਸਲਾ ਇਹ ਹੋ ਜਾਂਦਾ ਕਿ ਜਿੱਦਾਂ ਤੁਸੀਂ ਕੋਈ ਇੰਗਲੈਂਡ ਤੋਂ ਕਿਤਾਬ ਲੈ ਰਹੇ ਹੋ, ਤਾਂ ਮੰਨ ਲਓ ਜੇ ਉਹਨਾਂ ਨੇ ਕਹਿਤਾ ਕਿ ਸਾਨੂੰ ਜੀ $1000 ਚਾਹੀਦਾ, ਉਹਨਾਂ ਲਈ 1000 ਕੁਛ ਜ਼ਿਆਦਾ ਨਹੀਂ ਹੈਗਾ, ਕਿਉਂਕਿ ਉਹਨਾਂ ਦੀਆਂ ਕਿਤਾਬਾਂ ਬਹੁਤ ਵਿਕਦੀਆਂ ਨੇ, ਉਹਨਾਂ ਲਈ $1000 ਕੁਛ ਵੀ ਨਹੀਂ ਹੈਗਾ। ਪਰ ਜਦੋਂ ਇੱਥੋਂ ਪੰਜਾਬੀ ਦੇ ਤੁਸੀਂ ਪਬਲਿਸ਼ਰ ਨੂੰ ਕਹੋ ਉੱਥੇ ਕਿ $1000 ਸਿਰਫ ਰਾਇਲਟੀ ਦੇਣੀ ਪਊਗੀ, ਕਿਤਾਬ ਦਾ ਖਰਚਾ ਹਲੇ ਅਲੱਗ ਹੈ, ਅਨੁਵਾਦ ਦੇ ਅਲੱਗ ਦੇਣੇ ਨੇ, ਤਾਂ ਇੱਥੇ ਦਿੱਕਤ ਆ ਜਾਂਦੀ ਹੈ ਕਿ ਬਹੁਤ ਸਾਰੀਆਂ ਕਿਤਾਬਾਂ ਏਦਾਂ ਹੀ ਇਸੇ ਤਰੀਕੇ ਕਰਕੇ ਅਨੁਵਾਦ ਹੀ ਨਹੀਂ ਹੁੰਦੀਆਂ ਹੈਗੀਆਂ, ਉਹਨੂੰ ਫਿਰ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ। ਪਰ ਹਿੰਦੀ ਤੇ ਪੰਜਾਬੀ ਦਾ ਜਿਹੜਾ ਮਸਲਾ ਹੈਗਾ ਲੋਕਲ ਇੰਡੀਆ ਦੇ ਵਿੱਚ, ਇੱਥੇ ਇਹ ਦਿੱਕਤ ਬਹੁਤ ਘੱਟ ਹੈ। ਕਿਉਂਕਿ ਇੱਥੇ ਜੇ ਤੁਸੀਂ ਕਿਸੇ ਹਿੰਦੀ ਦੇ ਪਬਲਿਸ਼ਰ ਜਾਂ ਅੰਗਰੇਜ਼ੀ ਵਾਲੇ ਨਾਲ ਕਰੋਗੇ ਵੀ, ਤਾਂ ਉਹਨਾਂ ਨੂੰ ਪਤਾ ਹੀ ਹੈ ਕਿ ਇੱਥੋਂ ਕਿੰਨਾ ਕੁ ਆਪਾਂ ਨੂੰ ਮਿਲ ਸਕਦਾ ਤੇ ਕਿੰਨਾ ਕੁ ਇਹ ਬੰਦੇ ਅਫੋਰਡ ਕਰ ਸਕਣਗੇ, ਤੇ ਉਹਨੇ ਕੁ ਦੇ ਵਿੱਚ ਡੀਲ ਹੋ ਜਾਂਦੀ ਹੈ। ਤਾਂ ਇਸ ਕਰਕੇ ਜਿਹੜੇ ਪੰਜਾਬੀ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਨੇ, ਜੇ ਉਹਨਾਂ ਨੂੰ ਤੁਸੀਂ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਕੋਈ ਲਿਆਉਣਾ ਚਾਹੇ, ਤਾਂ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਣ ਲੱਗੀ ਹੈਗੀ। ਜਸਟ ਇੱਕ ਡੀਲ ਹੈ ਬਸ, ਤੁਸੀਂ ਜੇ ਉਹਨਾਂ ਦੇ ਕਾਪੀਰਾਈਟਸ ਜਿਹੜੇ ਹੋਲਡਰ ਹੈਗੇ ਨੇ ਉਹਨਾਂ ਨੂੰ ਤੁਸੀਂ ਲੱਭ ਲਓ, ਉਹਨਾਂ ਦੀ ਫੈਮਿਲੀ ਨੂੰ ਜਾਂ ਜਿਨ੍ਹਾਂ ਨੂੰ ਵੀ ਉਹਨਾਂ ਨੇ ਦਿੱਤੇ ਹੋਏ ਨੇ, ਉਹਨਾਂ ਨਾਲ ਬੜੀ ਈਜ਼ੀਲੀ ਤੁਸੀਂ ਕੰਟੈਕਟ ਕਰਕੇ ਡੀਲ ਕੀਤੀ ਜਾ ਸਕਦੀ ਹੈ, ਬੜੀ ਈਜ਼ੀਲੀ ਇਹਨਾਂ ਨੂੰ ਰੀਪ੍ਰਿੰਟ ਕੀਤਾ ਜਾ ਸਕਦਾ। ਕੋਈ ਜ਼ਿਆਦਾ ਮੇਰੇ ਹਿਸਾਬ ਨਾਲ ਮੁਸ਼ਕਿਲ ਵਾਲੀ ਗੱਲ ਨਹੀਂ ਹੈਗੀ। ਇੰਟਰਨੈਸ਼ਨਲ
ਇੰਟਰਨੈਸ਼ਨਲ ਦੇ ਮੁਕਾਬਲੇ ਉੱਥੇ ਜ਼ਿਆਦਾ ਦਿੱਕਤ ਹੁੰਦੀ ਹੈ। ਜੀ 14 ਕਿਤਾਬਾਂ ਤੁਸੀਂ ਹੁਣ ਤੱਕ ਹਰਜੋਤ ਭਾਜੀ ਕਰ ਚੁੱਕੇ ਹੋਗੇ ਅਨੁਵਾਦ, ਹੈ ਨਾ? ਜੀ ਤੇ ਸਭ ਤੋਂ ਜੀ ਵੱਧ ਅਗਰ ਕਿਸੇ ਨੌਜਵਾਨ ਪੀੜ੍ਹੀ ਨੂੰ ਜਾਂ ਜੋ ਪੜ੍ਹਨ ਦੇ ਇੱਛੁਕ ਹੈਗੇ ਤੇ ਜੀ ਉਹਨੂੰ ਕਿਹੜੀ ਰਿਕਮੈਂਡ ਕਰੋਗੇ ਕਿ ਇਹ ਜ਼ਰੂਰ ਪੜ੍ਹਨੀ ਚਾਹੀਦੀ ਹੈ? ਵੈਸੇ ਤਾਂ 14 ਦੀਆਂ 14 ਹੀ, ਜੋ ਤੁਸੀਂ ਉਹਨਾਂ ਦੀ ਡਿਟੇਲ ਦੱਸੀ ਹੈਗੀਆਂ, ਬਹੁਤ ਇੰਟਰਸਟਿੰਗ ਜਿਹੜੇ ਫੈਕਟ ਤੁਸੀਂ ਦੱਸਿਆ ਜੀ ਉਹਨਾਂ ਦੇ ਵਿੱਚ ਕਿ ਉਹ ਪੜ੍ਹਨ ਵਾਲੀਆਂ ਹੀ ਹੈਗੀਆਂ। ਪਰ ਸਭ ਤੋਂ ਵਧੀਆ ਜੀ ਕਿ ਯਾਰ ਇਹ ਤੇ ਪੜ੍ਹਨੀ ਜੀ ਚਾਹੀਦੀ ਹੈਗੀ, ਕਿ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ, ਤੇ ਤੁਹਾਡੇ ਦਿਲ ਦੇ ਕਰੀਬ ਵੀ ਹੋਵੇ, ਜਾਂ ਕਿ ਮੈਨੂੰ ਇਸ ਅਨੁਵਾਦ ਕਰਨ ਦੇ ਵਿੱਚ ਵੀ ਮਜ਼ਾ ਆਇਆ ਤੇ ਪੜ੍ਹਨ ਦੇ ਵਿੱਚ ਵੀ ਮਜ਼ਾ ਆਇਆ ਸੀ। ਆ ਮੈਨੂੰ ਬਾਈ ਜੀ ਇਸ ਮਾਮਲੇ ਦੇ ਵਿੱਚ ਨਾ ਮੈਂ ਅਸਲ ਦੇ ਵਿੱਚ ਉਲਝਿਆ ਹੋਇਆ ਤਾਂ ਮਹਿਸੂਸ ਕਰਦਾ ਆਪਦੇ ਆਪ ਨੂੰ ਕਿ ਇਹ ਕਿਤਾਬਾਂ ਸਾਰੀਆਂ ਮੇਰੀਆਂ ਆਪਣੀ ਚੋਣ ਹੈ। ਇਹਨਾਂ ਚੋਂ ਇੱਕ ਜਾਂ ਦੋ ਕਿਤਾਬਾਂ ਨੂੰ ਮੈਂ ਛੱਡਦਾ ਜਿਹੜੀਆਂ ਮੈਨੂੰ ਪਬਲਿਸ਼ਰਸ ਨੇ ਮਤਲਬ ਮੈਨੂੰ ਕੰਮ ਦਿੱਤਾ ਕਿ ਤੂੰ ਇਹ ਕਰ। ਬਾਕੀ ਸਾਰੀਆਂ ਕਿਤਾਬਾਂ ਮੈਂ ਖੁਦ ਚੁਣੀਆਂ ਨੇ। ਖੁਦ ਚੁਣਨ ਦਾ ਮਤਲਬ ਤੁਸੀਂ ਸਮਝ ਸਕਦੇ ਹੋ, ਖੁਦ ਤਾਂ ਹੀ ਚੁਣੀਆਂ ਨੇ ਜੋ ਮੈਨੂੰ ਪਸੰਦ ਰਹੀਆਂ। ਮਾਂ ਨੂੰ ਪੁੱਤ ਤੇ ਪਿਆਰੇ ਹੁੰਦਾ ਰੈਕਮੈਂਡ ਹੈ ਕਰਨ ਦਾ ਜੀ ਰੈਕਮੈਂਡ ਕਰਨ ਦਾ ਮਸਲਾ ਇਹ ਹੈ ਕਿ ਹਰ ਇੱਕ ਬੰਦੇ ਦਾ ਟੇਸਟ ਅਲੱਗ ਹੈ। ਜੇ ਬਿਲਕੁਲ ਹੁਣ ਮੈਨੂੰ ਕੋਈ ਕਹੇ ਕਿ ਯਾਰ ਨੋਵਲ ਦੇ ਵਿੱਚ ਕਿਸ ਚੀਜ਼ ਨੂੰ ਰეკਮੈਂਡ ਕਰੇਗਾ, ਤਾਂ ਮੈਂ ਬਿਲਕੁਲ ਕਹਿ ਸਕਦਾ ਕਿ ਨੋਵਲ ਮੈਂ ਜਿੰਨੇ ਕੀਤੇ ਨੇ ਸਾਰੇ ਹੀ ਉਹ ਪੜ੍ਹਨ ਵਾਲੇ ਨੇ, ਬੜੇ ਸੋਹਣੇ ਨੇ। 1984 ਹੈ, ਜਾਰਜ ਔਰਵੈਲ ਦਾ ਕਲਾਸਿਕ ਹੈ, ਤੁਸੀਂ ਪੜ੍ਹੋ, ਤੁਹਾਨੂੰ ਪਤਾ ਹੀ ਲੱਗੂ, ਤੁਹਾਨੂੰ ਸਿਆਸਤ ਦੇ ਸੂਤਰ ਸਮਝ ਆ ਜਾਣਗੇ। ਜਿਹੜੀ ਸਿਆਸਤ ਤੁਸੀਂ ਅੱਜ ਕੱਲ੍ਹ ਦੇਖ ਰਹੇ ਹੋ ਇੰਟਰਨੈਸ਼ਨਲ ਲੈਵਲ ਦੇ ਉੱਪਰ, ਜਿਨ੍ਹਾਂ ਨੂੰ ਤੁਸੀਂ ਉਲਝੇ ਰਹਿੰਦੇ ਹੋ, ਤੁਸੀਂ ਦੇਖ ਕੇ ਵੀ ਕੀ ਚੱਲੀ ਜਾ ਰਿਹਾ, ਸਟੇਟ ਕਿੱਦਾਂ ਚੱਲ ਰਹੀ ਹੈ, ਸਾਰੇ ਦੇਸ਼ਾਂ ਦੇ ਵਿੱਚ ਕਿੱਦਾਂ ਦੀ ਪੋਲਿਟਿਕਸ ਚੱਲ ਰਹੀ ਹੈ, ਤਾਂ ਤੁਸੀਂ ਕੁਛ ਨਾ ਕਰੋ, ਤੁਸੀਂ 1984 ਪੜ੍ਹੋ, ਜਾਰਜ ਔਰਵੈਲ ਦਾ 350 ਪੇਜ ਦਾ ਨੋਵਲ ਹੈਗਾ, ਤੁਸੀਂ ਉਹ ਪੜ੍ਹ ਲਓ, ਤੁਹਾਡੀ ਨੀਂਦ ਉਡਾ ਦੂਗਾ ਉਹ। ਤੁਹਾਨੂੰ ਸਿਆਸਤ ਦੇ ਉਹ ਸੂਤਰ ਸਮਝ ਆ ਜਾਣਗੇ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਨਹੀਂ ਸਮਝ ਸਕੇ ਜ਼ਿੰਦਗੀ 'ਚ, ਕਿ ਅੱਛਾ ਏਦਾਂ ਵੀ ਸਿਆਸਤ ਹੁੰਦੀ ਹੈ। ਉਹ ਬੜਾ ਸੋਹਣਾ ਨੋਵਲ ਹੈ। ਠੀਕ, ਤੇ ਉਸ ਤੋਂ ਬਾਅਦ ਕਾਨੂੰਨੀ ਕਿੱਸਾ ਮੈਂ ਕੀਤਾ ਸੀ ਚੰਦਨ ਪਾਂਡੇ ਦਾ, ਉਹ ਬਿਲਕੁਲ ਇੰਡੀਆ ਦੇ ਜਿਹੜੇ ਅੱਜ ਦੇ ਹਾਲਾਤ ਹੈਗੇ ਨੇ, ਲਵ ਜਿਹਾਦ ਦੇ ਨਾਂ ਦੇ ਉੱਪਰ ਕਿਵੇਂ ਮੁਸਲਿਮਸ ਨੂੰ ਕਤਲ ਕੀਤਾ ਜਾ ਰਿਹਾ ਹੈ, ਕਿੱਦਾਂ ਇਹ ਮੌਬ ਲਿੰਚਿੰਗਸ ਹੋ ਰਹੀਆਂ ਨੇ, ਕਿੱਦਾਂ ਇਹ ਸਾਰਾ ਕੁਛ ਚੱਲ ਰਿਹਾ, ਇਹਨੂੰ ਹਾਈਲਾਈਟ ਕਰਦਾ, ਬਹੁਤ ਇੰਪੋਰਟੈਂਟ ਚੀਜ਼ ਆ ਉਹ। ਤੇ ਹੁਣ ਇੱਕ ਉਹ ਪੀੜ੍ਹੀ ਹੈ ਜਿਹੜੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਦੀ ਹੈ ਹਲੇ, ਜਿਨ੍ਹਾਂ ਦਾ ਹਲੇ ਮਤਲਬ ਤੁਸੀਂ ਕਹਿ ਲਓ ਨਾ ਵੀ ਨਿਊ ਵਰਡਸ ਹੁੰਦੇ ਨੇ, ਜਿਹੜੇ ਬੰਦੇ ਹਲੇ ਜਿਹੜੇ ਅਜੇ ਆ ਰਹੇ ਨੇ ਕਿਤਾਬਾਂ ਪੜ੍ਹਨਾ, ਉਹਨਾਂ ਨੂੰ ਮੈਂ ਨਹੀਂ ਕਹਿੰਦਾ ਵੀ ਤੁਸੀਂ 1984 ਪੜ੍ਹੋ ਜਾਂ ਤੁਸੀਂ ਕਾਨੂੰਨੀ ਕਿੱਸਾ ਪੜ੍ਹੋ, ਕਿਉਂਕਿ ਥੋੜ੍ਹੇ ਜਿਹੇ ਉਹ ਥੋੜ੍ਹਾ ਜਿਹਾ ਇੱਕ ਵੱਡੇ ਪੱਧਰ ਦੇ ਚੀਜ਼ਾਂ ਨੇ ਉਹ। ਤੇ ਮੈਂ ਉਸ ਚੀਜ਼ ਦੇ ਵਿੱਚ ਰეკਮੈਂਡ ਕਰੂੰਗਾ ਕਿ ਤੁਸੀਂ ਪਹਿਲਾਂ ਇੱਕ ਰੋਮਾਂਟਿਕ ਜਿਹਾ ਨੋਵਲ ਪੜ੍ਹੋ, ਉਹ ਹੈਗਾ ਪਟਨਾ ਬਰੂਜ਼, ਅਬਦੁੱਲਾ ਖਾਨ ਦਾ। ਇਹ ਬੜਾ ਸੋਹਣਾ ਨੋਵਲ ਹੈ ਇਹ, ਮਤਲਬ ਬਹੁਤ ਮਤਲਬ ਰੋਮਾਂਟਿਕਸ ਦੇ ਨੋਵਲਸ ਦੇ ਵਿੱਚ ਜਿਹੜਾ ਹੈਗਾ ਇਹ ਉੱਚ ਪਾਏ ਦਾ ਮਤਲਬ ਨੋਵਲ ਹੈਗਾ ਇਹ। ਇਹਨੂੰ ਪੜ੍ਹਿਆ ਜਾ ਸਕਦਾ ਹੈ, ਇਹ ਈਜ਼ੀਲੀ ਸਮਝ ਆਉਂਦਾ ਹੈ, ਤੇ ਬੜੀ ਸੋਹਣੀ ਸਟੋਰੀ ਹੈ, ਤੁਸੀਂ ਉਹਨੂੰ ਇੱਕ ਸਿਟਿੰਗ 'ਚ ਵੀ ਖਤਮ ਕਰ ਸਕਦੇ ਹੋ, ਇੰਨਾ ਸੋਹਣਾ ਨੋਵਲ ਹੈ। ਇਹਦੇ ਬਾਰੇ ਜੇ ਮੈਂ ਤੁਹਾਨੂੰ ਪਹਿਲਾਂ ਦੱਸੀ ਕਿ ਇਹਦੇ ਉੱਪਰ ਵੈਬ ਸੀਰੀਜ਼ ਬਣਨ ਜਾ ਰਹੀ ਹੈ ਬੜੀ ਜਲਦੀ। ਤੇ ਸਿਆਸਤ ਦੇ ਵਿੱਚ ਤੁਹਾਡੀ ਦਿਲਚਸਪੀ ਹੈ ਤਾਂ ਤੁਸੀਂ ਜੀਓ ਪੋਲਿਟਿਕਸ ਬਾਰੇ ਤੁਸੀਂ ਜਾਣਦੇ ਹੋ ਕਿ ਉਹ ਕਿੱਦਾਂ ਦੀ ਕਿਤਾਬ ਹੈਗੀ ਹੈ, ਅੱਛਾ, ਤੇ ਜੀਓ ਖਾਲਿਸਤਾਨ ਦੀ ਪੋਲੀਟਿਕਸ ਸਾਜ਼ਿਸ਼ ਹੈ। ਕਿਤਾਬ ਦੀ ਗੱਲ ਚੱਲੀ ਹੈ, ਤੇ ਮੈਂ ਸ਼ਾਇਦ ਹੋ ਜੀ ਸਕਦਾ ਭੁੱਲ ਜਾਂਦਾ, ਤੇ ਜੀਓ ਪੋਲੀਟਿਕਸ ਪਾਰਟ 2 ਉਹ ਕਿੱਥੇ ਗੱਲ ਜੀ ਖੜੀ ਹੈਗੀ, ਕਦੋਂ ਆ ਰਹੀ ਹੈ? ਜੀ ਮੈਂ ਅਸਲ ਦੇ ਵਿੱਚ ਮੈਨੂੰ ਡੇਲੀ 2 ਤੋਂ 3 ਮੈਸੇਜ ਆਉਂਦੇ ਨੇ ਫੇਸਬੁੱਕ ਦੇ ਉੱਪਰ, ਤੇ ਡੇਲੀ ਮੈਨੂੰ ਇੱਕ ਦਿਨ ਛੱਡ ਕੇ ਮੈਨੂੰ ਫੋਨ ਵੀ ਆਉਂਦਾ ਪੰਜਾਬ ਦੇ ਵਿੱਚ ਕਿ ਉਹਦਾ ਦੂਜਾ ਭਾਗ ਕਦੋਂ ਆ ਰਿਹਾ ਹੈ। ਤੇ ਮੈਨੂੰ ਅੱਜ ਤੱਕ ਕਿਸੇ ਵੀ ਕਿਤਾਬ ਦੇ ਇੰਨੇ ਫੋਨ ਜਾਂ ਇੰਨੇ ਮੈਸੇजेस ਨਹੀਂ ਆਏ ਹੈਗੇ ਜਿੰਨਾ ਇਸ ਕਿਤਾਬ ਨੂੰ ਲੈ ਕੇ ਆਏ ਨੇ। ਹਾਲਾਂਕਿ ਕਿਤਾਬਾਂ ਹੋਰ ਵੀ ਵਿਕੀਆਂ ਨੇ, ਜਿਵੇਂ ਖਾਲਿਸਤਾਨ ਦੀ ਸਾਜ਼ਿਸ਼ ਬਹੁਤ ਵਿਕੀ ਹੈ, ਇਰਫਾਨ ਵਿਕੀ ਹੈ, ਹੋਰ ਵੀ ਕਈ ਕਿਤਾਬਾਂ ਕਾਫੀ ਵਿਕੀਆਂ ਨੇ। ਤੇ ਪਰ ਸਭ ਤੋਂ ਵੱਧ ਮੈਸੇਜ, ਸਭ ਤੋਂ ਵੱਧ ਜਿਹੜਾ ਰਿਸਪੌਂਸ ਆਇਆ ਉਹ ਇਸ ਕਿਤਾਬ ਨੂੰ ਲੈ ਕੇ ਆਇਆ। ਤੇ ਅੱਜ ਵੀ ਇਤਫਾਕ ਨਾਲ ਅੱਜ ਵੀ ਮੈਨੂੰ ਮੈਸੇਜ ਆਇਆ ਹੋਇਆ ਸੀ ਫੇਸਬੁੱਕ ਤੇ ਕਿਸੇ ਸੱਜਣ ਦਾ ਕਿ ਕਦੋਂ ਆ ਰਿਹਾ ਇਹਦਾ ਦੂਜਾ ਭਾਗ। ਇਹਦਾ ਦੂਜਾ ਭਾਗ ਜਿਹੜਾ ਹੈਗਾ, ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈਗਾ, ਸ਼ਾਇਦ ਇਸ ਸਾਲ ਦੇ ਅਖੀਰ ਤੱਕ ਸ਼ਾਇਦ ਆ ਜੇ, ਕਿਉਂਕਿ ਮਹੀਨਾ ਕੁ ਪਹਿਲਾਂ ਮੇਰੀ ਗੱਲ ਹੋਈ ਹੈ ਲੇਖਕ ਦੇ ਨਾਲ, ਹਾਲੇ ਉਹ ਲੱਗੇ ਹੋਏ ਨੇ, ਲਿਖ ਰਹੇ ਨੇ। ਇਸ ਕਿਤਾਬ ਦੇ ਲੇਟ ਹੋਣ ਦਾ ਕਾਰਨ ਵੀ ਮੈਂ ਦੱਸ ਦੇਣਾ, ਕਿਉਂਕਿ ਮੈਂ ਉੱਥੇ ਮੈਨੂੰ ਲਿਖਣਾ ਵਾਰ-ਵਾਰ ਔਖਾ ਹੋ ਜਾਂਦਾ। ਲੇਟ ਹੋਣ ਦਾ ਕਾਰਨ ਇਹ ਹੋਇਆ ਕਿ ਪੋਲਿਟਿਕਸ ਦੇ ਵਿੱਚ ਚੀਜ਼ਾਂ ਬਦਲਦੀਆਂ ਬਹੁਤ ਛੇਤੀ ਨੇ, ਮਤਲਬ ਡੇਲੀ ਹਰ ਚੀਜ਼ ਉੱਥੇ ਇੱਕ ਨਵੀਂ ਤੋਂ ਨਵੀਂ ਹੁੰਦੀ ਰਹਿੰਦੀ ਹੈ। ਤਾਂ ਲੇਖਕ ਦਾ ਜਿਹੜਾ ਉਹਨਾਂ ਵੱਲੋਂ ਕਾਰਨ ਦੱਸਿਆ ਗਿਆ ਉਹ ਇਹੀ ਹੈ ਕਿ ਹਰ ਚੀਜ਼ ਸਿਆਸਤ ਦੇ ਵਿੱਚ ਮਿੰਟ ਬਾਅਦ ਬਦਲ ਰਹੀ ਹੈ, ਪਲ ਬਾਅਦ। ਉਹ ਬਦਲਣ ਕਰਕੇ ਕੀ ਹੁੰਦਾ ਕਿ ਜਿਹੜੀ ਚੀਜ਼ ਤੁਸੀਂ ਪਹਿਲਾਂ ਲਿਖੀ ਹੁੰਦੀ ਹੈ 2-4 ਦਿਨ ਪਹਿਲਾਂ, ਉਹ ਤੁਹਾਨੂੰ ਸਾਰੀ ਚੇਂਜ ਕਰਨੀ ਪੈਂਦੀ ਹੈ, ਉਹਦੇ ਉੱਪਰ ਕੁਛ ਹੋਰ ਚੀਜ਼ ਐਡ ਕਰਨੀ ਪੈਂਦੀ ਹੈ ਕਿ ਅੱਛਾ ਏਦਾਂ ਹੋ ਗਿਆ ਹੁਣ ਇੱਥੇ। ਤਾਂ ਉਹਦੇ ਨਾਲ ਕੀ ਹੋਇਆ ਕਿ ਉਹ ਕਿਤਾਬ ਫਾਈਨਲ ਨਹੀਂ ਹੋਣ ਜਾ ਰਹੀ। ਹਾਂਜੀ, ਮਤਲਬ ਉਹਦਾ ਲੇਖਕ ਜਦੋਂ ਉਹਨੂੰ ਫਾਈਨਲ ਟੱਚ ਦੇਣ ਦੀ ਕੋਸ਼ਿਸ਼ ਕਰਦੇ ਨੇ, ਉਦੋਂ ਹੀ ਕੁਛ ਹੋਰ ਹੋ ਜਾਂਦਾ ਹੈ, ਤੇ ਫਿਰ ਉਹਨੂੰ ਫਿਰ ਲਿਖਣ ਬਹਿ ਜਾਂਦੇ ਨੇ। ਤੇ ਬਿਲਕੁਲ, ਉਹਦੇ ਕਰਕੇ ਇਹ ਕਿਤਾਬ ਲੇਟ ਹੋ ਰਹੀ ਹੈ, ਬਟ ਹੋਪਫੁਲੀ ਕਿ ਇਸ ਸਾਲ ਦੇ ਅੰਤ ਕਿਉਂਕਿ ਤੱਕ ਆ ਉਹ ਜਾਊਗੀ। ਕਿਤਾਬ ਜਦੋਂ ਤੁਸੀਂ ਪਹਿਲੀ ਕਿਤਾਬ ਪੜ੍ਹਦੇ ਹੋਗੇ ਤਾਂ ਉਹ ਜੀ ਸਬੂਤਾਂ ਦੇ ਨਾਲ ਨੱਥੀ ਹੈ ਪੂਰੀ ਕਿਤਾਬ, ਹੈ ਨਾ? ਜੀ ਜੀ ਬਿਲਕੁਲ ਬਿਲਕੁਲ ਉੱਦਾਂ ਦੀ ਕਿਤਾਬ ਨੂੰ ਤੁਸੀਂ ਸਬੂਤਾਂ ਤੋਂ ਬਿਨਾਂ ਜਾਂ ਪ੍ਰੂਫ ਤੋਂ ਬਿਨਾਂ ਤੁਸੀਂ ਲਿਖ ਨਹੀਂ ਸਕਦੇ। ਸੋ ਪ੍ਰੂਫ ਇਕੱਠੇ ਜੀ ਕਰਨ ਜੀ ਲਈ ਵੀ ਬਿਲਕੁਲ ਟਾਈਮ ਲੱਗਦਾ ਹੈ, ਸਮਾਂ ਲੱਗਦਾ ਹੈ, ਹੈ ਨਾ? ਜੀ ਬਿਲਕੁਲ ਬਿਲਕੁਲ ਬਿਲਕੁਲ, ਬਿਲਕੁਲ।
ਅੱਛਾ ਹਰਜੋਤ ਜੀ, ਮੈਂ ਤੁਹਾਡਾ ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ, ਕਿਉਂਕਿ ਆਪਾਂ ਇਹ ਤਕਰੀਬਨ ਗੱਲ ਹੋ ਗਈ ਹੈ ਆਪਣੀ 38 ਮਿੰਟ ਜਾਂ 40 ਮਿੰਟ ਗੱਲ ਹੋ ਗਈ ਹੈ, ਤੇ ਬਹੁਤ ਸਾਰੀਆਂ ਜੀ, ਕਿਤਾਬਾਂ ਤੁਸੀਂ ਦੱਸੀਆਂ, ਕਿਹੜੀਆਂ ਪੜ੍ਹਨ ਜੀ, ਦੇ ਯੋਗ ਹੈਗੀਆਂ, ਕੀ ਉਹਨਾਂ ਕਿਤਾਬਾਂ ਦਾ ਆਧਾਰ ਹੈ ਜਾਂ ਉਹਨਾਂ ਦੇ ਤੱਥ ਨੇਗੇ, ਜੀ, ਤੇ ਆਉਣ ਵਾਲੀਆਂ ਕਿਤਾਬਾਂ ਵੀ ਦੱਸ ਦਿੱਤੀਆਂ। ਸਾਡੇ ਸਾਰੇ ਸੁਣਨ ਵਾਲਿਆਂ ਨੂੰ ਪਤਾ ਲੱਗ ਜੂ ਆਉਣ ਵਾਲੀਆਂ ਕਿਹੜੀਆਂ ਕਿਤਾਬਾਂ ਆ ਰਹੀਆਂ, ਕਦੋਂ ਆ ਰਹੀਆਂ। ਤੇ ਜੀ, ਜੋ ਕਿਤਾਬ ਅਨੁਵਾਦ ਦੇ ਖੇਤਰ 'ਚ ਆਉਣਾ ਚਾਹੁੰਦੇ ਨੇ, ਜਾਂ ਜਿਨ੍ਹਾਂ ਨੂੰ ਵੈਸੇ ਹੀ ਉਤਸੁਕਤਾ ਹੈਗੀ ਹੈ ਕਿ ਅਸਲ 'ਚ ਕਿਤਾਬ ਜਿਹੜੀ ਹੈਗੀ ਆ ਅਨੁਵਾਦ ਕਿਵੇਂ ਹੁੰਦੀ ਹੈ, ਕਿ ਐਦਾਂ ਹੀ ਨਹੀਂ ਕਿਤਾਬ ਚੱਕ ਕੇ ਜੋ ਵੀ ਪੜ੍ਹੀ ਆ ਉਹਨੂੰ ਅਨੁਵਾਦ ਕਰ ਦਿਓ, ਹੈ ਨਾ, ਕਿ ਉਹਦੇ ਪ੍ਰੋਸੈਸ ਜੀ, ਕੀ ਆ ਉਹਦੇ ਬਾਰੇ ਵੀ ਪਤਾ ਲੱਗਿਆ। ਹਾਲਾਂਕਿ ਬੇਸਿਕ ਜਿਹੜੀ ਨੌਲੇਜ ਹੈਗੀ ਆ ਉਹ ਮਿਲ ਗਈ ਹੈ ਨਾ ਸਾਰਿਆਂ ਨੂੰ, ਕਿ ਕਿਵੇਂ ਜਿਹੜੀ ਇੱਕ ਕਿਤਾਬ ਹੈਗੀ ਆ ਉਹ ਅਨੁਵਾਦ ਹੁੰਦੀ ਹੈਗੀ, ਉਹਦੀ ਪ੍ਰੋਸੈਸ ਕੀ ਆ। ਸੋ ਮੈਂ ਧੰਨਵਾਦ ਕਰਦਾ ਤੁਹਾਡਾ, ਬਹੁਤ ਟਾਈਮ ਕੱਢਿਆ ਤੁਸੀਂ ਤੇ ਸਾਨੂੰ ਦੱਸਿਆ, ਨੌਲੇਜ ਮਿਲੀ ਹੈ। ਸੋ ਫਿਰ ਕਦੀ ਜ਼ਰੂਰ ਕਿਸੇ ਇੱਕ ਖਾਸ ਕਿਤਾਬ ਨੂੰ ਲੈ ਕੇ ਵੀ ਆਪਾਂ ਗੱਲ ਕਰਾਂਗੇ, ਤੇ ਜੀ, ਟਾਈਮ ਮਿਲਿਆ ਜ਼ਰੂਰ ਕਰਾਂਗੇ ਗੱਲ ਆਪਾਂ ਕਿਤਾਬਾਂ ਬਾਰੇ, ਕਿਉਂਕਿ ਮੈਨੂੰ ਵੀ ਸ਼ੌਕ ਹੈ ਪੜ੍ਹਨ ਦਾ, ਜਿੰਨਾ ਕੁ ਪੜ੍ਹ ਹੁੰਦਾ ਆ। ਸੋ ਤੁਹਾਡਾ ਬਹੁਤ ਧੰਨਵਾਦ। ਆਪਾਂ ਫਿਰ ਜ਼ਰੂਰ ਕਿਸੇ ਦਿਨ ਫਿਰ ਇੱਕ ਵਾਰੀ ਗੱਲ ਕਰਾਂਗੇ, ਜਦੋਂ ਵੀ ਸਮਾਂ ਮਿਲੂ ਤੇ ਜਦੋਂ ਕੁਛ ਨਵਾਂ ਹੋਵੇਗਾ, ਕੁਛ ਨਵਾਂ ਹੈਪਨ ਹੋਊਗਾ, ਹੈ ਨਾ। ਜੀ, ਤੁਹਾਡਾ ਬੋਲਣ ਦਾ ਮੌਕਾ ਦਿੱਤਾ। ਤੇ ਕਿਤਾਬਾਂ ਦੇ ਮਾਮਲੇ ਦੇ ਵਿੱਚ ਮੈਂ ਜਦੋਂ ਦਾ ਸ਼ੁਰੂ ਕੀਤਾ, ਮੈਂ ਫਸਟ ਟਾਈਮ ਕਿਤਾਬਾਂ ਦੇ ਉੱਪਰ ਸਾਰੀ ਇੰਨੀ ਇਨਫੋਰਮੇਸ਼ਨ ਸਾਂਝੀ ਕੀਤੀ ਹੈ। ਤੇ 2 ਸਾਲ ਦੇ ਵਿੱਚ ਇਹ ਕੰਮ ਬਹੁਤ ਜ਼ਿਆਦਾ ਸੀ। ਅਸਲ ਦੇ ਵਿੱਚ ਮੈਨੂੰ ਵੀ ਥੋੜ੍ਹਾ ਜਿਹਾ ਹਲਕਾ ਮਹਿਸੂਸ ਹੋ ਰਿਹਾ ਕਿ ਮੈਂ ਕਿਤੇ ਆਪਦਾ ਇਹ ਫਰੋਲ ਲਿਆ ਕਿ ਮੈਂ ਇੰਨਾ ਕੰਮ ਕਰ ਲਿਆ ਹੁਣ ਤੱਕ। ਕਿਉਂਕਿ ਜਿੰਨਾ ਕੁ ਕੰਮ ਸ਼ਾਇਦ ਮੈਂ 2 ਸਾਲ ਦੇ ਵਿੱਚ ਕੀਤਾ, ਨਾਰਮਲੀ ਅਨੁਵਾਦਕ ਇੰਨਾ ਕੁ ਕੰਮ ਮੈਨੂੰ ਲੱਗਦਾ ਉਹ 5-7 ਸਾਲ 'ਚ ਵੀ ਨਹੀਂ ਕਈ ਵਾਰ ਕਰਦੇ ਹੈਗੇ, ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਕਿਉਂਕਿ ਇਹੀ ਹਾਲ ਹੈ ਸਾਰੇ ਕਿਤੇ। ਬਿਲਕੁਲ, ਕਿਉਂਕਿ ਤੇ ਤੁਸੀਂ 14 ਉਹਦਾ ਇੱਕ ਮੇਰੇ ਤੇ ਕਿਤਾਬਾਂ ਬੋਝ ਵੀ ਸੀਗਾ। ਕਿਉਂਕਿ 14 ਕਿਤਾਬਾਂ ਅਗਰ ਅਨੁਵਾਦ ਕੀਤਾ ਆ ਤਾਂ ਤੁਸੀਂ ਪਹਿਲਾਂ ਪੜ੍ਹੀਆਂ ਵੀ ਆ 14 ਕਿਤਾਬਾਂ, ਹੈ ਨਾ। ਜੀ, ਜੀ, ਉਹਨੂੰ ਬਿਲਕੁਲ, ਸਾਰੀ ਉਹ ਬਿਲਕੁਲ। ਇੱਕ ਵਾਰ ਨਹੀਂ ਪੜ੍ਹੀ, ਪਤਾ ਨਹੀਂ ਕਿੰਨੇ ਕੁ ਵਾਰ ਉਹ ਪਹਿਲਾਂ ਪੜ੍ਹੀ ਹੋਊਗੀ, ਹੈ ਨਾ, ਤੇ ਫਿਰ ਉਹਨੂੰ ਅਨੁਵਾਦ ਜੀ, ਕੀਤਾ, ਹੈ ਨਾ, ਫਿਰ ਅਨੁਵਾਦ ਕਰਕੇ ਫਿਰ ਪੜ੍ਹਨੀ ਉਹ ਚੀਜ਼, ਹੈ ਨਾ। ਬਿਲਕੁਲ, ਤੇ ਬਿਲਕੁਲ। ਉਹ 2 ਜੀ, ਸਾਲ ਦੇ ਵਿੱਚ ਮਤਲਬ ਕਿ ਬਹੁਤ ਕੰਮ ਹੋਇਆ ਹੈ ਇਹ। ਪਰ ਅਸੀਂ ਇਹੀ ਅਰਦਾਸ ਵੀ ਕਰਦੇ ਹਾਂ, ਅਸੀਂ ਇਹੀ ਤੁਹਾਨੂੰ ਗੁੱਡ ਲੱਕ ਵੀ ਕਹਿੰਦੇ ਹਾਂ ਕਿ ਕਰਦੇ ਰਹੋ ਕੰਮ ਪੰਜਾਬੀ ਦੇ ਵਿੱਚ, ਜੀ, ਜਿੰਨਾ ਅਨੁਵਾਦ ਹੁੰਦਾ ਕਰਦੇ ਰਹੋ, ਤੇ ਲੋਕਾਂ ਨੂੰ ਪੜ੍ਹਨ ਦੇ ਲਈ ਕੁਛ ਨਾ ਕੁਛ ਮਿਲਦਾ ਰਵੇ, ਨਵਾਂ ਮਿਲਦਾ ਰਵੇ, ਤੇ ਬਾਹਰਲਾ ਜੋ ਲਿਟਰੇਚਰ ਹੈਗਾ ਉਹ ਵੀ ਮਿਲਦਾ ਰਵੇ। ਸੋ ਚੰਗਾ ਤੁਹਾਡਾ ਉਪਰਾਲਾ ਆ, ਤੇ ਇੱਕ ਵਧੀਆ ਤੁਹਾਡੀ ਥੈਂਕ ਜੋਬ ਵੀ, ਇਹ ਚੰਗੀ ਸੋਹਣੀ ਜੋਬ ਆ ਤੁਹਾਡੀ, ਆਪਣੇ ਮਨਪਸੰਦ ਦਾ ਕੰਮ ਆਪਣੀ ਮਰਜ਼ੀ ਨਾਲ ਕਰ ਸਕਦੇ ਹੋਗੇ, ਹੈ ਨਾ। ਜੀ, ਹਾਂਜੀ। ਬਿਲਕੁਲ। ਸੋ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ ਹਰਜੋਤ ਜੀ, ਤੇ ਫੇਰ ਜ਼ਰੂਰ ਗੱਲ ਹੋਵੇਗੀ ਸਤਿ ਸ਼੍ਰੀ ਕਿਸੇ ਦਿਨ। ਅਕਾਲ ਬਾਈ ਜੀ। ਹਾਂ, ਹਾਂ। ਥੈਂਕ ਯੂ ਸੋ